ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਦੂਸਰਾ ਦਾ ਚੌਥਾ ਭਾਗ ਰਾਜਸੀ ਲਹਿਰਾਂ ਮਾਰਕਸੀ ਰਾਸ਼ਟਰੀ ਤੇ ਸੰਕੀਰਨ। ਕਾਂਡ 13 ਗੁਰਦੁਆਰਾ ਸੁਧਾਰ ਅਮਰ ਪ੍ਰਸਿੱਧੀ ਦੇ ਸੁਆਮੀ ਅਕਾਲੀ। ਸਿੰਘ ਸਭਾ ਲਹਿਰ ਵੱਲੋਂ ਪੈਦਾ ਕੀਤੀ ਜਾਗਰਤੀ ਨੇ ਸਿੱਖਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰ ਦਿੱਤਾ। ਜਦੋਂ ਪੜ੍ਹੇ ਲਿਖੇ ਲੋਕਾਂ ਨੇ ਨੌਕਰੀਆਂ ਤੇ ਪ੍ਰਬੰਧਕੀ ਸੰਸਥਾਵਾਂ ਯਾਨੀ ਜ਼ਿਲ੍ਹਾ ਬੋਰਡਾਂ, ਨਗਰ ਪਾਲਿਕਾਵਾਂ, ਪ੍ਰਾਂਤਕ ਤੇ ਕੇਂਦਰੀ ਵਿਧਾਨਕ ਅਸੈਂਬਲੀਆਂ ਵਿੱਚ ਆਪਣਾ ਹੱਕ ਮੰਗਣਾ ਸ਼ੁਰੂ ਕਰ ਦਿੱਤਾ ਤਾਂ ਆਮ ਲੋਕ ਗੁਰਦੁਆਰਿਆਂ ਉੱਪਰ ਆਪਣਾ ਅਧਿਕਾਰ ਕਰਨ ਲਈ ਉਤਾਵਲੇ ਹੋ ਗਏ। ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਦੇ ਕੋਈ ਨਿਯਮ ਨਹੀਂ ਸਨ ਤੇ ਉਹਨਾਂ ਵਿੱਚੋਂ ਬਹੁਤੇ ਉਤਨੇ ਹੀ ਹਿੰਦੂ ਮਹੰਤ ਸਨ ਜਿਤਨੇ ਸਿੱਖ, ਤੇ ਉਹਨਾਂ ਨੇ ਆਪਣੇ ਮਾਲਕੀ ਹਕੂਕ ਦੇ ਦਾਅਵੇ ਜਤਾਉਣੇ ਸ਼ੁਰੂ ਕਰ ਦਿੱਤੇ। ਕੁਝ ਗੁਰਦੁਆਰਿਆਂ ਜਿਵੇਂ ਸਵਰਨ ਮੰਦਰ ਅੰਮ੍ਰਿਤਸਰ ਤੇ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਨਨਕਾਣਾ ਸਾਹਿਬ ਦੀ ਆਮਦਨ ਲੱਖਾਂ ਰੁਪਏ ਸੀ। ਕਈ ਸਾਲਾਂ ਤੱਕ ਸਿੱਖ ਸਭਾਵਾਂ ਮਹੰਤਾਂ ਵਿਰੁੱਧ ਦੀਵਾਨੀ ਮੁਕੱਦਮੇ ਲੜਦੀਆਂ ਰਹੀਆਂ। ਫਿਰ ਗਦਰ ਲਹਿਰ ਤੇ ਰਾਸ਼ਟਰਵਾਦੀ ਲਹਿਰ ਤੋਂ ਉਤਪੰਨ ਹੋਈ ਬੇਤਾਬੀ ਤੇ ਉਤਸੁਕਤਾ ਨੇ ਸਿੱਖ ਜਨਤਾ ਨੂੰ ਸਿੱਖ ਸਭਾਈਆਂ ਵਾਲੇ ਬੇਨਤੀਆਂ ਕਰਨ ਤੇ ਅਦਾਲਤਾਂ ਰਾਹੀਂ ਫੈਸਲੇ ਕਰਾਉਣ ਦਾ ਰਸਤਾ ਛੱਡਣ ਲਈ ਪ੍ਰੇਰਿਆ ਤੇ ਨਾਮ ਮਿਲਵਰਤਨ ਕਰਨ ਤੇ ਸ਼ਾਂਤਮਈ ਅੰਦੋਲਨ ਚਲਾਉਣ ਲਈ ਤਿਆਰ ਕੀਤਾ ਤੇ ਇਸ ਮਨੋਰਥ ਲਈ ਉਹਨਾਂ ਨੇ ਅਕਾਲੀ ਪਾਰਟੀ ਬਣਾ ਲਈ। ਇਸ ਕਾਰਨ ਉਹਨਾਂ ਦੀ ਟੱਕਰ ਪੰਜਾਬੀ ਹਿੰਦੂਆਂ ਨਾਲ ਸ਼ੁਰੂ ਹੋ ਗਈ ਜੋ ਅਣਜਾਣੇ ਵਿੱਚ ਹੀ ਮਹੰਤਾਂ ਦੇ ਤੇ ਹਕੂਮਤ ਦੇ ਸਮਰਥਕ ਬਣ ਗਏ, ਕਿਉਂਕਿ ਸਰਕਾਰ ਮਹੰਤਾਂ ਦਾ ਸਮਰਥਨ ਕਰਨ ਲਈ ਮਜਬੂਰ ਸੀ ਜੋ ਗੁਰਦੁਆਰਿਆਂ ਤੇ ਕਾਬਜ਼ ਸਨ। ਇਸ ਲਹਿਰ ਦੀ ਪੂਰੀ ਮਹੱਤਤਾ ਸਮਝਣ ਲਈ ਸਾਨੂੰ ਗੁਰਦੁਆਰਿਆਂ ਦੀ ਵਿਕਾਸ ਗਾਥਾ ਤੇ ਸਿੱਖਾਂ ਦੇ ਸਮਾਜਿਕ ਜੀਵਨ ਵਿੱਚ ਇਹਨਾਂ ਦੀ ਮਹੱਤਤਾ ਜਾਣਨ ਦੀ ਲੋੜ ਹੈ। ਗੁਰਦੁਆਰਾ ਆਮਦਨ ਤੇ ਪ੍ਰਬੰਧ। ਸ਼ਾਇਦ ਪਹਿਲਾ ਸਿੱਖ ਗੁਰਦੁਆਰਾ ਨਾਨਕ ਨੇ ਆਪਣੀਆਂ ਉਦਾਸੀਆਂ ਯਾਨੀ ਯਾਤਰਾਵਾਂ ਤੋਂ ਵਾਪਸ ਆਉਣ ਤੇ ਕਰਤਾਰਪੁਰ ਵਿੱਚ ਸਥਾਪਿਤ ਕੀਤਾ। ਉਸ ਸਮੇਂ ਇਹ ਸਧਾਰਨ ਜਿਹੀ ਧਰਮਸ਼ਾਲਾ ਸੀ ਜਿੱਥੇ ਉਸਦੇ ਪੈਰੋਕਾਰ ਉਸਦੇ ਪ੍ਰਵਚਨ ਤੇ ਸ਼ਬਦ ਕੀਰਤਨ ਸੁਣਨ ਲਈ ਸੰਗਤ ਰੂਪ ਵਿੱਚ ਇਕੱਠੇ ਹੁੰਦੇ। ਧਰਮਸ਼ਾਲਾ ਨੇ ਛੇਤੀ ਹੀ ਸੰਗਠਨ ਤੇ ਭਾਈਚਾਰਕ ਕੇਂਦਰ ਦਾ ਰੂਪ ਧਾਰ ਲਿਆ ਜੋ ਪਾਠ ਪੂਜਾ ਅਤੇ ਜਨਮ, ਨਾਮ, ਅੰਮ੍ਰਿਤ, ਮੰਗਣੀਆਂ, ਵਿਆਹਾਂ ਤੇ ਮ੍ਰਿਤੂ ਆਦਿ ਸੰਸਕਾਰਾਂ ਤੇ ਰਸਮਾਂ ਰੀਤਾਂ ਤੋਂ ਬਿਨਾਂ ਗੁਰੂ ਕਾ ਲੰਗਰ ਅਤੇ ਸਕੂਲ ਦਾ ਰੂਪ ਧਾਰਨ ਕਰ ਲਿਆ ਜਿੱਥੇ ਸਿੱਖ ਵਰਨਮਾਲਾ ਸਿੱਖਦੇ ਤੇ ਨਿਤਨੇਮ ਕਰਦੇ। ਇਹੋ ਪੰਚਾਇਤ ਘਰ ਬਣ ਗਈ ਜਿੱਥੇ ਪੰਚ ਝਗੜੇ ਨਿਪਟਾਉਣ ਲਈ ਇਕੱਠੇ ਹੁੰਦੇ ਤੇ ਭਾਈਚਾਰੇ ਨਾਲ ਸੰਬੰਧਿਤ ਗੱਲਾਂ ਤੇ ਵਿਚਾਰ ਕਰਦੇ। ਇਹ ਕਾਰਜ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਪਿੰਡ ਦੇ ਗੁਰਦੁਆਰੇ ਵਿੱਚ ਹੁੰਦੇ। ਪਿੰਡ ਦੇ ਗੁਰਦੁਆਰੇ ਵਿੱਚ ਨਿਰਵਾਹ ਤੇ ਕੰਮਕਾਜ ਸਥਾਨਕ ਕਿਸਾਨਾਂ ਦੀ ਢਾਲ ਤੋਂ ਹੁੰਦਾ ਤੇ ਵੱਡੇ ਗੁਰਦੁਆਰਿਆਂ ਦਾ ਖਰਚਾ ਸੰਗਤ ਦੀ ਭੇਟਾ ਤੋਂ ਪੂਰਾ ਹੁੰਦਾ, ਖਾਸ ਕਰਕੇ ਵੱਡੇ ਤਿਉਹਾਰਾਂ ਸਮੇਂ ਜਦੋਂ ਇੱਕ ਦਿਨ ਹੀ 50,000 ਯਾਤਰੀਆਂ ਨੂੰ ਲੰਗਰ ਛਕਾਇਆ ਜਾਂਦਾ ਸੀ। ਇਹਨਾਂ ਖਰਚਿਆਂ ਨੂੰ ਪੂਰਾ ਕਰਨ ਲਈ ਮਿਸਲਾਂ ਦੇ ਸਰਦਾਰ ਤੇ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ, ਉਹਦੇ ਪਰਿਵਾਰ ਤੇ ਸਿੱਖ ਰਾਜਿਆਂ ਨੇ ਆਪਣੇ ਮਨ ਇੱਛਤ ਗੁਰਦੁਆਰਿਆਂ ਨੂੰ ਵੱਡੀਆਂ-ਵੱਡੀਆਂ ਜਾਗੀਰਾਂ ਦਿੱਤੀਆਂ। ਸਵਰਨ ਮੰਦਰ, ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੇ ਗੁਰਦੁਆਰਿਆਂ ਦੇ ਨਾਮ ਬਹੁਤ ਵੱਡੀਆਂ ਜਾਗੀਰਾਂ ਲਵਾਈਆਂ ਗਈਆਂ। ਨਹਿਰਾਂ ਨਿਕਲਣ ਨਾਲ ਇਹਨਾਂ ਗੁਰਦੁਆਰਿਆਂ ਦੇ ਨਾਮ ਲੱਗੀ ਹੋਈ ਜ਼ਮੀਨ ਵਿੱਚੋਂ ਸ਼ਾਹੀ ਆਮਦਨ ਹੋਣ ਲੱਗੀ। ਨਾ ਤੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਕੋਈ ਨਿਯਮ ਬਣਾਏ ਗਏ ਸਨ ਤੇ ਨਾ ਹੀ ਕਰਿੰਦੇ ਜਾਂ ਨਗਰਾਨ ਦੀ ਯੋਗਤਾ ਹੀ ਨਿਰਧਾਰਤ ਕੀਤੀ ਗਈ ਸੀ। ਮੁਗਲਾਂ ਦੇ ਅਤਿਆਚਾਰੀ ਸਮੇਂ ਵਿੱਚ ਗ੍ਰੰਥੀ ਦਾ ਕੰਮ ਬਹੁਤ ਜ਼ੋਖਮ ਵਾਲਾ ਸੀ ਤੇ ਬਹੁਤ ਸਾਰੇ ਮਹੱਤਵਪੂਰਨ ਗੁਰਦੁਆਰੇ ਉਦਾਸੀ ਮਤ ਦੇ ਵਿਅਕਤੀਆਂ ਦੇ ਸਪੁਰਦ ਕਰ ਦਿੱਤੇ ਗਏ ਸਨ ਜੋ ਖਾਲਸਾ ਮਤ ਦੀ ਮਰਿਆਦਾ ਅਨੁਸਾਰ ਕੰਮ ਕਾਰਜ ਨਹੀਂ ਕਰਦੇ ਸਨ ਤੇ ਆਮ ਤੌਰ ਤੇ ਸਿਰੋਂ ਮੋਨੇ ਹੋਣ ਕਾਰਨ ਜਦੋਂ ਉਹਨਾਂ ਦੀ ਜਾਨ ਲਈ ਖਤਰਾ ਹੁੰਦਾ ਤਾਂ ਸਿੱਖ ਧਰਮ ਨਾਲ ਆਪਣੇ ਸਬੰਧ ਤੋਂ ਮੁਨਕਰ ਹੋ ਜਾਂਦੇ। ਮੁਗਲਾਂ ਦੇ ਰਾਜ ਮਗਰੋਂ ਵੀ ਇਹਨਾਂ ਦੀ ਸਾਂਭ ਸੰਭਾਲ ਉਦਾਸੀਆਂ ਦੇ ਹੱਥ ਰਹੀ। ਗ੍ਰੰਥੀ ਤੇ ਨਗਰਾਨ ਦੀ ਦੇਖ-ਰੇਖ ਉਹਨਾਂ ਵਿਅਕਤੀਆਂ ਦੇ ਜ਼ਿੰਮੇ ਹੁੰਦੀ ਸੀ ਜੋ ਆਪਣਾ ਜੀਵਨ ਧਰਮ, ਕਰਮ ਤੇ ਸੰਗਠਨ ਦੀ ਸੇਵਾ ਵਿੱਚ ਸਮਰਪਿਤ ਕਰ ਦਿੰਦੇ ਸਨ। ਅੰਗਰੇਜ਼ੀ ਰਾਜ ਦੀ ਸਥਾਪਨਾ ਨਾਲ ਨਵੇਂ ਬੰਦੋਬਸਤ ਦਸਤਾਵੇਜ਼ ਤਿਆਰ ਕੀਤੇ ਗਏ। ਬਹੁਤ ਸਾਰੀਆਂ ਥਾਵਾਂ ਤੇ ਗੁਰਦੁਆਰਿਆਂ ਦੇ ਨਾਮ ਲੱਗੀ ਜ਼ਮੀਨ ਜਾਇਦਾਦ ਮਹੰਤਾਂ ਦੇ ਨਾਮ ਚੜ੍ਹਾ ਦਿੱਤੀ ਗਈ। ਜਿੱਥੇ ਤਾਂ ਸੰਗਤ ਚੌਕਸ ਸੀ ਉੱਥੇ ਤਾਂ ਇਹ ਇੰਦਰਾਜ਼ ਨਾਮਾਤਰੀ ਸੀ, ਪਰ ਜਿੱਥੇ ਮਹੰਤਾਂ ਦਾ ਜ਼ੋਰ ਸੀ ਉੱਥੇ ਦਸਤਾਵੇਜ਼ ਉਹਨਾਂ ਦੇ ਨਾਮ ਤੇ ਲਿਖੇ ਜਾਂਦੇ ਤੇ ਉਹ ਆਪਣੀ ਮਰਜ਼ੀ ਨਾਲ ਇਸ ਦੀ ਵਰਤੋਂ ਕਰਦੇ ਤੇ ਜਾਇਦਾਦ ਨੂੰ ਜਿਵੇਂ ਇੱਛਾ ਹੁੰਦੀ ਵੇਚਦੇ ਵਟਦੇ। ਉਦਾਸੀ ਜੋ ਉਤਨੇ ਹੀ ਹਿੰਦੂ ਜਾਪਦੇ ਸਨ ਜਿਤਨੇ ਸਿੱਖ, ਉਹਨਾਂ ਨੇ ਹਿੰਦੂ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਨ ਲਈ ਗੁਰਦੁਆਰਿਆਂ ਦੇ ਅਹਾਤੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵੀ ਸਥਾਪਿਤ ਕਰ ਦਿੱਤੀਆਂ।
ਕਈ ਥਾਵਾਂ ਤੇ ਪਵਿੱਤਰ ਪਰਿਕਰਮਾ ਦੀ ਦੁਰਵਰਤੋਂ ਵੀ ਹੋਣ ਲੱਗੀ। ਸਵਰਨ ਮੰਦਰ ਦੇ ਪ੍ਰਬੰਧ ਵਿੱਚ ਸਿੱਖ ਭਾਈਚਾਰੇ ਦੀ ਸਦਾ ਹੀ ਡੂੰਘੀ ਦਿਲਚਸਪੀ ਰਹੀ ਹੈ। ਇਲਹਾਕ ਮਗਰੋਂ ਕਈ ਵਾਰ ਤਾਂ ਮਹੱਤਵਪੂਰਨ ਮਸਲਿਆਂ ਵਿੱਚ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਇਹਦੀ ਦੇਖਭਾਲ ਕਰਦਾ ਤੇ ਬਾਕੀ ਕੰਮਾਂ ਵਿੱਚ ਮਹੰਤ ਆਪਣੀ ਮਰਜ਼ੀ ਕਰਦੇ। ਗਦਰ ਦੇ ਦਮਨ ਤੋਂ ਛੇਤੀ ਮਗਰੋਂ ਹੀ ਮੁਖੀ ਸਿੱਖ ਸਰਦਾਰਾਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਨਵੇਂ ਸਿਰਿਓਂ ਸੰਗਠਿਤ ਕਰਨ ਲਈ ਸਰਕਾਰ ਕੋਲ ਬੇਨਤੀ ਕੀਤੀ। 22 ਦਸੰਬਰ 1859 ਨੂੰ ਇੱਕ ਸਮਾਗਮ ਜੋ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਵਿੱਚ ਹੋਇਆ, 9 ਮੈਂਬਰਾਂ ਤੇ ਆਧਾਰਿਤ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ। ਪਰੰਤੂ ਜਾਪਦਾ ਹੈ ਕਿ ਕਮੇਟੀ ਨੇ ਬਹੁਤੀ ਦਿਲਚਸਪੀ ਨਾ ਲਈ ਤੇ ਗੁਰਦੁਆਰੇ ਦਾ ਪ੍ਰਬੰਧ ਪਹਿਲਾਂ ਵਾਂਗ ਡਿਪਟੀ ਕਮਿਸ਼ਨਰ ਦੀ ਸਿੱਧੀ ਨਿਗਰਾਨੀ ਹੇਠ ਮੁੱਖ ਪੁਜਾਰੀ ਦੇ ਹੱਥ ਵਿੱਚ ਹੀ ਰਿਹਾ। ਸਿੰਘ ਸਭਾ ਨੇ ਅਛੂਤ ਜਾਤੀਆਂ ਦੇ ਸਿੱਖਾਂ ਨੂੰ ਗੁਰਦੁਆਰਿਆਂ ਵਿੱਚੋਂ ਬਾਹਰ ਕੱਢਣ ਤੇ ਵੱਡੇ ਗੁਰਦੁਆਰਿਆਂ ਵਿੱਚ ਮੂਰਤੀ ਪੂਜਾ ਦਾ ਸਭ ਤੋਂ ਪਹਿਲਾਂ ਵਿਰੋਧ ਕੀਤਾ। ਹਜ਼ੂਰ ਸਾਹਿਬ, ਨੰਦੇੜ ਯਾਨੀ ਹੈਦਰਾਬਾਦ ਰਿਆਸਤ ਦੇ ਪੁਜਾਰੀਆਂ ਨੇ ਜਵਾਬੀ ਕਾਰਵਾਈ ਵਜੋਂ ਸਿੰਘ ਸਭਾ ਦੇ ਮੈਂਬਰਾਂ ਨੂੰ ਧਰਮ ਤੋਂ ਛੇਕ ਦਿੱਤਾ ਤੇ ਦੂਸਰੇ ਗੁਰਦੁਆਰਿਆਂ ਦੇ ਪੁਜਾਰੀਆਂ ਨੂੰ ਅਜਿਹਾ ਕਰਨ ਦੀ ਨਸੀਹਤ ਦਿੱਤੀ। ਇਹ ਫਰਮਾਨ ਲਾਗੂ ਨਾ ਕੀਤਾ ਜਾ ਸਕਿਆ ਕਿਉਂਕਿ ਸਿੰਘ ਸਭਾ ਪੰਜਾਬ ਵਿੱਚ ਬਹੁਤ ਸ਼ਕਤੀਸ਼ਾਲੀ ਹੋ ਚੁੱਕੀ ਸੀ। ਪਰੰਤੂ ਇਸ ਦੇ ਉਲਟ ਸਿੰਘ ਸਭਾ ਵੱਲੋਂ ਦਬਾਅ ਪਾਏ ਜਾਣ ਪਿੱਛੋਂ ਹਿੰਦੂ ਬੁੱਤ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ 1905 ਵਿੱਚ ਹਟਾ ਦਿੱਤੇ ਗਏ। ਸਾਲ ਮਗਰੋਂ ਜਦ ਮਹੰਤ ਮਰ ਗਿਆ ਤਾਂ ਸਿੰਘ ਸਭਾ ਨੇ ਡਿਪਟੀ ਕਮਿਸ਼ਨਰ ਨੂੰ ਇਹ ਗੱਲ ਗ੍ਰਹਿਣ ਕਰਾਉਣ ਤੇ ਜ਼ੋਰ ਦਿੱਤਾ ਕਿ ਉਹਦੇ ਉੱਤਰਾਧਿਕਾਰੀ ਦੀ ਨਿਯੁਕਤੀ ਲਈ ਸਿੱਖ ਧਰਮ ਦੇ ਪ੍ਰਤੀਨਿਧੀਆਂ ਨਾਲ ਸਲਾਹ ਮਸ਼ਵਰਾ ਕਰਨ ਦੀ ਲੋੜ ਸੀ। ਸਿੰਘ ਸਭਾ ਦੇ ਆਗੂ ਵਫਾਦਾਰ ਤੇ ਸਰਕਾਰ ਪ੍ਰਸਤ ਸਨ ਤੇ ਉਹ ਮੁਕੱਦਮੇ ਦਾਇਰ ਕਰਨ ਜਾਂ ਅਧਿਕਾਰੀਆਂ ਕੋਲ ਬੇਨਤੀਆਂ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਕਰਦੇ ਸਨ। ਗੁਰਦੁਆਰੇ ਦੀ ਜਾਇਦਾਦ ਦੀ ਦੁਰਵਰਤੋਂ ਰੋਕਣ ਲਈ ਤਾਂ ਸਖਤ ਕਦਮ ਉਠਾਉਣ ਦੀ ਜ਼ਰੂਰਤ ਸੀ। 1912 ਈਸਵੀ ਵਿੱਚ ਸਥਿਤੀ ਉਸ ਸਮੇਂ ਵਿਗੜ ਗਈ ਜਦੋਂ ਸਰਕਾਰ ਨੇ ਨਵੀਂ ਰਾਜਧਾਨੀ ਉਸਾਰਨ ਲਈ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਦੇ ਨਾਮ ਲੱਗੀ ਜ਼ਮੀਨ ਤੇ ਕਬਜ਼ਾ ਕਰ ਲਿਆ ਤੇ ਗੁਰਦੁਆਰੇ ਦੀ ਚਾਰ ਦੀਵਾਰੀ ਦੀ ਕੰਧ ਢਾਹ ਦਿੱਤੀ। ਗਰਮ ਖਿਆਲੀ ਧੜੇ ਨੇ ਮਹੰਤ ਦੇ ਗੁਰਦੁਆਰੇ ਦੀ ਜ਼ਮੀਨ ਸਰਕਾਰ ਨੂੰ ਦੇ ਦੇਣ ਦੇ ਹੱਕ ਨੂੰ ਮੰਗਾਰਿਆ ਤੇ ਗੁਰਦੁਆਰੇ ਦੀ ਚਾਰ ਦੀਵਾਰੀ ਨੂੰ ਢਾਏ ਜਾਣ ਨੂੰ ਅਪਵਿੱਤਰ ਕਾਰਜ ਕਿਹਾ। ਮੋਰਚਾ ਲਾਉਣ ਦੀਆਂ ਗੱਲਾਂ ਹੋਣ ਲੱਗੀਆਂ, ਪਰ ਜੰਗ ਕਾਰਨ ਇਹ ਅੱਗੇ ਪਾ ਦਿੱਤਾ ਗਿਆ। 1918 ਈਸਵੀ ਵਿੱਚ ਇਸ ਬਾਰੇ ਮੁੜ ਅੰਦੋਲਨ ਸ਼ੁਰੂ ਕੀਤਾ ਗਿਆ। ਮਾਂਟੇਗੂ ਚੈਮਸਫੋਰਡ ਸੰਵਿਧਾਨਕ ਤਜਵੀਜ਼ਾਂ ਦੇ ਕਾਰਨ ਪੈਦਾ ਹੋਈ ਨਿਰਾਸ਼ਤਾ ਪਿੱਛੋਂ ਮਾਰਸ਼ਲ ਲਾ ਪ੍ਰਬੰਧ ਸਮੇਂ ਵੱਡੀ ਪੱਧਰ ਤੇ ਸਰਕਾਰੀ ਆਤੰਕ ਨੇ ਸਿੱਖ ਜਨਤਾ ਨੂੰ ਸਰਕਾਰ ਦੇ ਆਲੋਚਕ ਬਣਾ ਦਿੱਤਾ। ਰਾਸ਼ਟਰੀ ਵਿਚਾਰਧਾਰਾ ਵਾਲੇ ਵਿਅਕਤੀਆਂ ਨੇ ਸਿੱਖ ਮਸਲਿਆਂ ਉੱਪਰ ਸਿੰਘ ਸਭਾ ਦੀ ਇਜਾਰੇਦਾਰੀ ਖਤਮ ਕਰ ਦਿੱਤੀ ਤੇ 1919 ਦੀਆਂ ਸਰਦੀਆਂ ਵਿੱਚ ਅੰਮ੍ਰਿਤਸਰ ਵਿੱਚ ਸੈਂਟਰਲ ਸਿੱਖ ਲੀਗ ਦੀ ਸਥਾਪਨਾ ਕਰ ਦਿੱਤੀ ਗਈ। ਮਗਰੋਂ ਲਾਹੌਰ ਵਿੱਚ ਹੋਏ ਸਮਾਗਮ ਵਿੱਚ ਲੀਗ ਨੇ ਅੰਗਰੇਜ਼ਾਂ ਨਾਲ ਨਾ ਮਿਲਵਰਤਨ ਦਾ ਮਤਾ ਪਾਸ ਕਰ ਦਿੱਤਾ ਤੇ ਰਕਾਬਗੰਜ ਦੀ ਜ਼ਮੀਨ ਜਿਸ ਤੇ ਸਰਕਾਰ ਨੇ ਅਧਿਕਾਰ ਕਰ ਲਿਆ ਸੀ ਉੱਪਰ ਜ਼ਬਰਦਸਤੀ ਕਬਜ਼ਾ ਕਰਨ ਦਾ ਫੈਸਲਾ ਲਿਆ। ਇਹ ਮੰਗ ਵੀ ਕੀਤੀ ਗਈ ਕਿ ਖਾਲਸਾ ਕਾਲਜ ਦੇ ਪ੍ਰਬੰਧ ਦਾ ਕੰਮ ਵੀ ਸਰਕਾਰੀ ਹੱਥਾਂ 'ਚੋਂ ਲੈ ਕੇ ਸਿੱਖ ਕਮੇਟੀ ਨੂੰ ਸੌਂਪ ਦਿੱਤਾ ਜਾਵੇ। ਸਰਕਾਰ ਨੇ ਸਿੱਖਾਂ ਨੂੰ ਪਤਿਆਉਣ ਦੀ ਕੋਸ਼ਿਸ਼ ਕੀਤੀ। ਰਕਾਬਗੰਜ ਦੀ ਢਾਈ ਹੋਈ ਕੰਧ ਦੁਬਾਰਾ ਬਣਾ ਦਿੱਤੀ ਗਈ ਤੇ ਸਰਕਾਰ ਵੱਲੋਂ ਪ੍ਰਾਪਤ ਕੀਤੀ ਗਈ ਜ਼ਮੀਨ ਵੀ ਪ੍ਰਤੀਨਿਧ ਸਿੱਖਾਂ ਦੀ ਕਮੇਟੀ ਨੂੰ ਸੌਂਪ ਦਿੱਤੀ ਗਈ, ਜਿਸ ਨੇ ਗੁਰਦੁਆਰੇ ਦਾ ਪ੍ਰਬੰਧ ਸੰਭਾਲ ਲਿਆ ਸੀ। ਸਿੱਖਾਂ ਨੂੰ ਇੱਕ ਤਰ੍ਹਾਂ ਹਥਿਆਰ ਦੇ ਕਾਨੂੰਨ ਤੋਂ ਵੀ ਛੋਟ ਦੇ ਦਿੱਤੀ ਗਈ ਤੇ ਉਹਨਾਂ ਨੂੰ ਕਿਰਪਾਨ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ। ਜੇਲ੍ਹ ਵਿਚਲੇ ਸਿੱਖ ਕੈਦੀਆਂ ਨੂੰ ਆਪਣੇ ਧਾਰਮਿਕ ਚਿੰਨ੍ਹ ਰੱਖਣ ਦੀ ਆਗਿਆ ਦੇ ਦਿੱਤੀ ਗਈ ਤੇ ਦੂਸਰੇ ਕੈਦੀ ਜਿਨ੍ਹਾਂ ਨੂੰ ਟੋਪੀ ਪਹਿਨਣੀ ਪੈਂਦੀ ਸੀ ਦੇ ਮੁਕਾਬਲੇ ਤੇ ਸਿੱਖਾਂ ਨੂੰ ਦਸਤਾਰ ਰੱਖਣ ਦੀ ਖੁੱਲ੍ਹ ਮਿਲ ਗਈ। ਪਰੰਤੂ ਇਹਨਾਂ ਰਿਆਇਤਾਂ ਦਾ ਗੁਰਦੁਆਰਿਆਂ ਦੇ ਪ੍ਰਬੰਧ ਉੱਪਰ ਨਿਯੰਤਰਣ ਰੱਖਣ ਦੇ ਸਵਾਲ ਤੇ ਕੋਈ ਪ੍ਰਭਾਵ ਨਾ ਪਿਆ। ਇਸ ਸਬੰਧ ਵਿੱਚ ਅਧਿਕਾਰੀਆਂ ਦਾ ਸਿੱਖਾਂ ਦੀ ਮੰਗ ਪ੍ਰਤੀ ਹੁੰਗਾਰਾ ਬੜਾ ਢਿੱਲਾ ਮੱਠਾ ਸੀ ਤੇ ਉਸ ਸਮੇਂ ਦੇ ਮਿਜਾਜ ਅਨੁਸਾਰ ਢੀਠਪੁਣੇ ਵਾਲਾ ਤੇ ਸੰਵੇਦਨਾ ਰਹਿਤ ਸੀ। ਸਰਕਾਰੀ ਦ੍ਰਿਸ਼ਟੀਕੋਣ ਇਹ ਸੀ ਕਿ ਜਿਸ ਵਿਅਕਤੀ ਦੇ ਨਾਮ ਤੇ ਜਾਇਦਾਦ ਜਾਂ ਜ਼ਮੀਨ ਦਾ ਟੁਕੜਾ ਰਜਿਸਟਰਡ ਹੋਵੇ ਉਹ ਹੀ ਉਸ ਦਾ ਪ੍ਰਤੱਖ ਮਾਲਕ ਹੁੰਦਾ ਹੈ ਤੇ ਉਸ ਨੂੰ ਦੀਵਾਨੀ ਅਦਾਲਤ ਵਿੱਚ ਕਬਜ਼ਾ ਲੈਣ ਲਈ ਮੁਕੱਦਮਾ ਕਰਕੇ ਹੀ ਬੇਦਖਲ ਕੀਤਾ ਜਾ ਸਕਦਾ ਸੀ। ਉਹਨਾਂ ਨੂੰ ਇਹ ਖਿਆਲ ਕਦੇ ਨਾ ਆਇਆ ਕਿ ਗੁਰਦੁਆਰੇ ਦੇ ਮਹੰਤ ਦੀ ਵੀ ਉਹ ਸਥਿਤੀ ਹੈ ਜੋ ਜੀ ਗਿਰਜੇ ਦੇ ਪਾਦਰੀ ਦੀ ਹੁੰਦੀ ਹੈ, ਜਿਸ ਨੂੰ ਕੋਈ ਮਾਲਕੀ ਹੱਕ ਨਹੀਂ ਹੁੰਦਾ। ਬਹੁਤ ਸਾਰੇ ਸਿੱਖਾਂ ਨੇ ਕੋਸ਼ਿਸ਼ ਕੀਤੀ ਸੀ ਤੇ ਦੇਖ ਲਿਆ ਸੀ ਕਿ ਦੀਵਾਨੀ ਮੁਕੱਦਮੇਬਾਜ਼ੀ ਕਿੰਨੀ ਨਿਰਾਰਥਕ ਸੀ। ਜ਼ਮੀਨ ਦੀ ਕੀਮਤ ਅਨੁਸਾਰ ਕੋਰਟ ਫੀਸ ਲਾਉਣੀ ਪੈਂਦੀ ਸੀ ਤੇ ਵਕੀਲਾਂ ਦੀ ਚਤੁਰਾਈ ਨਾਲ
ਮੁਕੱਦਮੇ ਬਹੁਤ ਜ਼ਿਆਦਾ ਸਮੇਂ ਲਈ ਲਮਕਾਏ ਜਾ ਸਕਦੇ ਸਨ। ਇਸ ਨਾਲ ਨਿਰਾਸ਼ਤਾ ਤੇ ਗੁੱਸਾ ਵਧਣ ਲੱਗਾ। ਇਸ ਦੌਰਾਨ ਸਿੱਖਾਂ ਨੇ ਆਪਣੀ ਪ੍ਰਬੰਧਕ ਕਮੇਟੀ ਦੀ ਵਿਉਂਤ ਬਣਾਉਣੀ ਸ਼ੁਰੂ ਕਰ ਦਿੱਤੀ। 15 ਨਵੰਬਰ 1920 ਨੂੰ ਅੰਮ੍ਰਿਤਸਰ ਵਿੱਚ ਅਕਾਲ ਤਖ਼ਤ ਤੋਂ ਇਹ ਐਲਾਨ ਕੀਤਾ ਗਿਆ ਕਿ 175 ਮੈਂਬਰਾਂ ਤੇ ਆਧਾਰਿਤ ਕਮੇਟੀ, ਜਿਸ ਨੂੰ SGPC ਯਾਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹਾ ਜਾਵੇਗਾ, ਸਾਰੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਕਾਇਮ ਕਰ ਦਿੱਤੀ ਗਈ ਹੈ। ਇਸ ਕਮੇਟੀ ਦੇ ਲਈ ਸਰਦਾਰ ਸੁੰਦਰ ਸਿੰਘ ਮਜੀਠੀਆ, ਹਰਬੰਸ ਸਿੰਘ ਅਟਾਰੀ ਤੇ ਭਾਈ ਜੋਧ ਸਿੰਘ ਕ੍ਰਮਵਾਰ ਪ੍ਰਧਾਨ, ਉਪ ਪ੍ਰਧਾਨ ਤੇ ਸਕੱਤਰ ਚੁਣੇ ਗਏ ਸਨ। ਵਧੇਰੇ ਗਰਮਦਲੀਆਂ ਨੇ ਅਰਧ ਸੈਨਿਕ ਸਵੈ ਸੇਵਕਾਂ ਦਾ ਦਲ ਕਾਇਮ ਕਰ ਲਿਆ, ਜਿਸ ਨੂੰ ਅਕਾਲੀ ਦਲ ਕਿਹਾ ਗਿਆ। ਅਕਾਲੀ ਦਲ ਦਾ ਕੰਮ ਆਦਮੀ ਇਕੱਠੇ ਕਰਕੇ ਤੇ ਸਿਖਲਾਈ ਦੇ ਕੇ ਅੜੀਅਲ ਤੇ ਹੱਠੀ ਮਹੰਤਾਂ ਤੋਂ ਗੁਰਦੁਆਰਿਆਂ ਦਾ ਕਬਜ਼ਾ ਲੈਣਾ ਸੀ। ਗੁਰਮੁਖੀ ਵਿੱਚ ਅਕਾਲੀ ਅਖਬਾਰ ਵੀ ਸ਼ੁਰੂ ਕੀਤਾ ਗਿਆ। ਸਿੱਖਾਂ ਦੇ ਇਰਾਦੇ ਤੇ ਸੰਪਤੀ ਦੇ ਦਬਾਅ ਕਾਰਨ ਮਹੰਤਾਂ ਨੇ ਚੁਣੀਆਂ ਹੋਈਆਂ ਕਮੇਟੀਆਂ ਨੂੰ ਗੁਰਦੁਆਰਾ ਜਾਇਦਾਦਾਂ ਸੌਂਪਣ ਲਈ ਰਜ਼ਾਮੰਦੀ ਦਿਖਾਈ ਤੇ ਤਨਖਾਹਦਾਰ ਗ੍ਰੰਥੀ ਬਣਨ ਲਈ ਤਿਆਰ ਹੋ ਗਏ। ਪਰੰਤੂ ਤਰਨ ਤਾਰਨ ਦੇ ਗੁਰਦੁਆਰੇ ਵਿੱਚ ਹਿੰਸਾ ਹੋਣ ਨਾਲ 2 ਅਕਾਲੀ ਮਾਰੇ ਗਏ ਤੇ ਦਰਜਨ ਤੋਂ ਵੱਧ ਜ਼ਖਮੀ ਹੋ ਗਏ। ਤਰਨ ਤਾਰਨ ਤਾਂ ਆਉਣ ਵਾਲੀਆਂ ਘਟਨਾਵਾਂ ਦੀ ਭੂਮਿਕਾ ਹੀ ਸੀ। ਨਨਕਾਣੇ ਦਾ ਘੱਲੂਘਾਰਾ। ਗੁਰੂ ਨਾਨਕ ਦੀ ਜਨਮ ਭੂਮੀ ਧਰਮਦਾਨ ਵਾਲੇ ਸਿੱਖ ਗੁਰਦੁਆਰਿਆਂ ਵਿੱਚ ਸਭ ਤੋਂ ਵੱਧ ਅਮੀਰ ਸੀ। ਉਸ ਸਮੇਂ ਦਾ ਪ੍ਰਬੰਧ ਉਦਾਸੀ ਮਹੰਤ ਨਰੈਣ ਦਾਸ ਵੱਲੋਂ ਕੀਤਾ ਜਾ ਰਿਹਾ ਸੀ। ਨਰੈਣ ਦਾਸ, ਜੋ ਗੁਰਦੁਆਰੇ ਵਿੱਚ ਹੀ ਆਪਣੀ ਮਸ਼ੂਕਾ ਨਾਲ ਰਿਹਾ ਕਰਦਾ ਸੀ, ਉਹ ਨੱਚਣ ਲਈ ਵੇਸਵਾ ਨੂੰ ਪਵਿੱਤਰ ਗੁਰਦੁਆਰੇ ਦੀ ਪਰਿਕਰਮਾ ਵਿੱਚ ਸੱਦਿਆ ਕਰਦਾ ਸੀ। ਸਥਾਨਕ ਸਿੱਖਾਂ ਨੇ ਉਸ ਨੂੰ ਜ਼ੋਰ ਜ਼ਬਰਦਸਤੀ ਉੱਥੋਂ ਕੱਢ ਦੇਣ ਦੀ ਧਮਕੀ ਦਿੱਤੀ। ਮਹੰਤ ਨੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਤੇ ਆਪਣੀ ਰਾਖੀ ਲਈ ਉਸਨੇ 400 ਬਦਮਾਸ਼ ਰੱਖ ਲਏ। 20 ਫਰਵਰੀ 1921 ਨੂੰ ਤੜਕਸਾਰ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਵਿੱਚ ਅਕਾਲੀਆਂ ਦਾ ਇੱਕ ਜੱਥਾ ਗੁਰਦੁਆਰੇ ਵਿੱਚ ਦਾਖਲ ਹੋਇਆ। ਫਿਰ ਗੁਰਦੁਆਰੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਨਰੈਣ ਦਾਸ ਦੇ ਮੁੰਡਿਆਂ ਨੂੰ ਤਲਵਾਰਾਂ, ਕੁਹਾੜੀਆਂ ਤੇ ਬੰਦੂਕਾਂ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ। ਮਾਰੇ ਗਏ ਤੇ ਮਰ ਰਹੇ ਅਕਾਲੀਆਂ ਨੂੰ ਧੂ ਕੇ ਲੱਕੜੀਆਂ ਦੇ ਪਹਿਲਾਂ ਹੀ ਇਕੱਠੇ ਕੀਤੇ ਢੇਰ ਤੇ ਪਾ ਕੇ ਸਾੜ ਦਿੱਤਾ ਗਿਆ। ਜਦ ਤੱਕ ਪੁਲਿਸ ਤੇ ਸਥਾਨਕ ਲੋਕ ਉੱਥੇ ਪਹੁੰਚੇ, 130 ਆਦਮੀ ਅੱਗ ਦੀਆਂ ਲਾਟਾਂ ਨੇ ਭਸਮ ਬਣਾ ਦਿੱਤੇ ਸਨ। ਇਸ ਅਤਿਆਚਾਰ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਦੂਰ ਦਰਾਡੇ ਸ਼ਹਿਰਾਂ ਤੋਂ ਅਕਾਲੀ ਜੱਥੇ ਨਨਕਾਣਾ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਲਾਹੌਰ ਦਾ ਕਮਿਸ਼ਨਰ ਜਲਦੀ ਹੀ ਵਾਰਦਾਤ ਵਾਲੀ ਥਾਂ ਤੇ ਪਹੁੰਚ ਗਿਆ ਤੇ ਉਸਨੇ ਬੜੀ ਫੁਰਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧ ਨੂੰ ਗੁਰਦੁਆਰੇ ਦੀਆਂ ਚਾਬੀਆਂ ਸੌਂਪ ਦਿੱਤੀਆਂ। ਪੰਜਾਬ ਵਿੱਚ ਉਹ ਮਾਹੌਲ ਪੈਦਾ ਹੋ ਗਿਆ ਜੋ ਜਲਿਆਂਵਾਲੇ ਕਾਂਡ ਦੇ ਮਗਰੋਂ ਸੀ। ਲਾਹੌਰ, ਅੰਮ੍ਰਿਤਸਰ ਤੇ ਸ਼ੇਖੂਪੁਰਾ ਦੇ ਜ਼ਿਲ੍ਹਿਆਂ ਵਿੱਚ ਦੇਸ਼ ਧਰੋਹੀ ਸਮਾਗਮ ਕਾਨੂੰਨ ਲਾਗੂ ਕਰ ਦਿੱਤਾ ਗਿਆ ਤੇ ਭੜਕਾਊ ਨੇਤਾ ਗ੍ਰਿਫਤਾਰ ਕਰ ਲਏ ਗਏ। ਸਰਕਾਰ ਨਾਲ ਨਾ ਮਿਲਵਰਤਨ ਕਰਨ ਦੇ ਮਤੇ ਕਈ ਪ੍ਰਾਂਤਕ ਜਥੇਬੰਦੀਆਂ ਨੇ ਪਾਸ ਕਰ ਦਿੱਤੇ। 1921 ਦੀਆਂ ਗਰਮੀਆਂ ਦੀ ਰੁੱਤ ਸਾਰੇ ਭਾਰਤ ਵਿੱਚ ਬੇਚੈਨੀ ਤੇ ਗੜਬੜ ਦਾ ਸਮਾਂ ਸੀ। ਮਾਲਾਬਾਰ ਵਿੱਚ ਮੋਪਲਿਆਂ ਨੇ ਬਗਾਵਤ ਕਰ ਦਿੱਤੀ ਸੀ। ਪ੍ਰਿੰਸ ਆਫ ਵੇਲਸ ਦੀ ਯਾਤਰਾ ਕਾਰਨ ਹਰ ਥਾਂ ਹੜਤਾਲਾਂ ਹੋ ਰਹੀਆਂ ਸਨ। ਵਿਦੇਸ਼ੀ ਸ਼ਰਾਬ ਦੀਆਂ ਦੁਕਾਨਾਂ ਤੇ ਧਰਨੇ ਦਿੱਤੇ ਜਾ ਰਹੇ ਸਨ ਤੇ ਵਿਦੇਸ਼ੀ ਵਸਤੂਆਂ ਸਾੜੀਆਂ ਜਾ ਰਹੀਆਂ ਸਨ। ਇਹਨਾਂ ਮੁਜ਼ਾਹਰਿਆਂ ਕਾਰਨ ਲਾਠੀਆਂ ਮਾਰੀਆਂ ਜਾ ਰਹੀਆਂ ਸਨ ਤੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਸਨ। ਬਦਕਿਸਮਤੀ ਨਾਲ ਐਸਾ ਢੋ ਟੁਕਿਆ ਕਿ ਸਿਆਲੂ ਬਰਸਾਤ ਵੀ ਨਾ ਹੋਈ, ਜਿਸ ਦਾ ਪਿੱਛੋਂ ਗਰਮੀ ਦੀ ਰੁੱਤ ਤੇ ਪ੍ਰਭਾਵ ਪਿਆ ਸੀ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਾਲ ਵਰਗੇ ਹਾਲਾਤ ਪੈਦਾ ਹੋ ਗਏ ਸਨ। ਸਖਤੀਆਂ ਤੇ ਆਰਥਿਕ ਮੰਦਹਾਲੀ ਨੇ ਸਿੱਖਾਂ ਵਿੱਚ ਵਿਆਕੁਲਤਾ ਵਧਾ ਦਿੱਤੀ ਤੇ ਉਹ ਅੰਦੋਲਨ ਕਰਨ ਲੱਗੇ। ਜਿਹੜੇ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਵਾਂਗ ਸਰਕਾਰ ਨਾਲ ਸਹਿਯੋਗ ਕਰਦੇ ਸਨ, ਉਹਨਾਂ ਨੂੰ ਘਿਰਣਾ ਨਾਲ ਝੋਲੀ ਚੁੱਕ ਤੇ ਢੋਡੀ ਆਖਿਆ ਗਿਆ। ਗਰਮ ਖਿਆਲਾਂ ਦੇ ਨੇਤਾ ਜੋ ਉੱਭਰ ਕੇ ਆਏ, ਉਹ ਵੱਖ-ਵੱਖ ਰਾਜਸੀ ਸੋਚ ਅਤੇ ਧਾਰਮਿਕ ਜੋਸ਼ ਨਾਲ ਭਰਪੂਰ ਸਨ। ਬਾਬਾ ਖੜਕ ਸਿੰਘ, ਮਹਿਤਾਬ ਸਿੰਘ ਤੇ ਤੇਜਾ ਸਿੰਘ ਸਮੁੰਦਰੀ ਮੁੱਖ ਰੂਪ ਵਿੱਚ ਧਾਰਮਿਕ ਕਾਰਨਾਂ ਤੋਂ ਪ੍ਰੇਰਿਤ ਸਨ। ਮਾਸਟਰ ਤਾਰਾ ਸਿੰਘ ਤੇ ਤਿੰਨੇ ਝਬਾਲੀਏ ਭਰਾ ਅਮਰ ਸਿੰਘ, ਗੁਰਮੁਖ ਸਿੰਘ ਤੇ ਜਸਵੰਤ ਸਿੰਘ, ਜੋ ਬਹੁ ਗਿਣਤੀ ਦੇ ਪ੍ਰਤੀਨਿਧ ਸਨ, ਉਹ ਉਤਨੇ ਹੀ ਧਾਰਮਿਕ ਤੇ ਰਾਸ਼ਟਰਵਾਦੀ ਸਨ। ਕੁਝ ਕੱਟੜ ਤੇ ਜਨੂਨੀ ਕਿਸਮ ਦੇ ਆਗੂ ਵੀ ਸਨ, ਜੋ ਨਿਹੰਗਾਂ ਦੀ ਫੌਜੀ ਰਵਾਇਤ ਅਨੁਸਾਰ ਸਖਤੀ ਦਾ ਟਾਕਰਾ ਸਖਤੀ ਨਾਲ ਕਰਨਾ ਚਾਹੁੰਦੇ ਸਨ। ਇਸ ਦਲ ਨੇ ਆਪਣੀ ਆਤੰਕਵਾਦੀ ਜਥੇਬੰਦੀ ਬਣਾ ਲਈ ਤੇ ਇਹ ਦਲ ਬੱਬਰ ਅਕਾਲੀਆਂ ਵਜੋਂ ਪ੍ਰਸਿੱਧ ਹੋ ਗਿਆ। ਕਈ ਨੇਤਾਵਾਂ ਨੇ ਲੋਕਾਂ ਦੀਆਂ ਭੜਕੀਆਂ ਹੋਈਆਂ ਭਾਵਨਾਵਾਂ ਦਾ ਪੂਰਾ ਲਾਭ ਉਠਾਇਆ। ਸਿੱਖਾਂ ਨੂੰ ਨਨਕਾਣੇ ਦੇ ਸ਼ਹੀਦਾਂ ਦੇ ਸਤਿਕਾਰ ਵਜੋਂ
ਕਾਲੀਆਂ ਦਸਤਾਰਾਂ ਬੰਨ੍ਹਣ ਲਈ ਕਿਹਾ ਗਿਆ। ਮ੍ਰਿਤਕਾਂ ਦੇ ਪਰਿਵਾਰਾਂ ਲਈ ਸਹਾਇਤਾ ਲੈਣ ਲਈ ਤੇ ਸ਼ਹੀਦਾਂ ਦੀ ਯਾਦ ਵਿੱਚ ਸਮਾਰਕ ਬਣਾਉਣ ਲਈ ਨਨਕਾਣੇ ਵਿੱਚ ਇੱਕ ਹਸਪਤਾਲ ਤੇ ਅੰਮ੍ਰਿਤਸਰ ਵਿੱਚ ਇੱਕ ਮਿਸ਼ਨਰੀ ਕਾਲਜ ਖੋਲ੍ਹਣ ਲਈ ਇੱਕ ਸ਼ਹੀਦੀ ਫੰਡ ਯਾਨੀ ਕੋਸ਼ ਕਾਇਮ ਕੀਤਾ ਗਿਆ। ਇਸ ਮੰਤਵ ਲਈ ਸਾਰੇ ਪ੍ਰਾਂਤ ਤੋਂ ਅਗਵਾਈ ਕੀਤੀ ਗਈ। ਇਸ ਪ੍ਰਚਾਰ ਦਾ ਅਸਰ ਉਸ ਪਤਝੜ ਦੀ ਰੁੱਤ ਵਿੱਚ ਗੁਰੂ ਨਾਨਕ ਆਗਮਨ ਪੁਰਬ ਦੇ ਜਸ਼ਨਾਂ ਵਿੱਚ ਸਾਫ਼ ਝਲਕਦਾ ਸੀ। ਨਨਕਾਣਾ ਸਾਹਿਬ ਵਿੱਚ ਇਕੱਠੇ ਹੋਏ ਸਿੱਖਾਂ ਵਿੱਚੋਂ 20,000 ਅਕਾਲੀ ਸਨ ਤੇ 15,000 ਵੱਖ-ਵੱਖ ਜਥਿਆਂ ਨਾਲ ਸੰਬੰਧਿਤ ਸਨ। ਚਾਬੀਆਂ ਦਾ ਮੋਰਚਾ। ਅਤਿਅੰਤ ਭੜਕਾਹਟ ਭਰੇ ਮਾਹੌਲ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਧੋਖਰੀ ਅੱਗ ਨੂੰ ਤੀਲੀ ਲਾ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਬਾਬਾ ਖੜਕ ਸਿੰਘ ਦੀ ਨੇਕ ਨੀਤੀ ਬਾਰੇ ਸ਼ੱਕੀ ਹੋਣ ਕਰਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਦਰਬਾਰ ਸਾਹਿਬ ਦੇ ਤੋਸ਼ਾਖਾਨੇ ਦੀਆਂ ਚਾਬੀਆਂ ਲੈ ਲਈਆਂ ਤੇ ਉਸਨੇ ਆਪਣੇ ਨਾਮਜ਼ਦ ਵਿਅਕਤੀ ਨੂੰ ਦੇਣ ਦੀ ਵਿਉਂਤ ਬਣਾ ਲਈ। ਉਸਨੇ ਦੇਸ਼ ਧਰੋਹ ਸਮਾਗਮ ਕਾਨੂੰਨ ਲਾਗੂ ਕਰਕੇ 193 ਨੇਤਾ ਗ੍ਰਿਫਤਾਰ ਕਰ ਲਏ। ਉਨ੍ਹਾਂ ਨੇਤਾਵਾਂ ਨੂੰ ਵੱਖ-ਵੱਖ ਸਮੇਂ ਦੀਆਂ ਸਜ਼ਾਵਾਂ ਤੇ ਜੁਰਮਾਨੇ ਕੀਤੇ ਗਏ। ਚਾਬੀਆਂ ਲੈ ਜਾਣ ਨਾਲ ਭਾਰਤ ਵਿੱਚ ਹੀ ਹਲਚਲ ਤੇ ਜੋਸ਼ ਪੈਦਾ ਹੋ ਗਿਆ। ਸਰਕਾਰ ਨੇ ਅਨੁਭਵ ਕੀਤਾ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਚਾਬੀਆਂ ਲੈ ਕੇ ਭੂੰਡਾਂ ਦੇ ਛੱਤੇ ਨੂੰ ਛੇੜ ਲਿਆ ਹੈ ਤੇ ਸਜ਼ਾਵਾਂ ਦੇਣ ਤੋਂ ਕੁਝ ਦਿਨ ਮਗਰੋਂ ਗਵਰਨਰ ਨੇ ਸਭ ਕੈਦੀ ਰਿਹਾ ਕਰ ਦਿੱਤੇ ਤੇ ਚਾਬੀਆਂ ਖੜਕ ਸਿੰਘ ਕਮੇਟੀ ਨੂੰ ਸੌਂਪ ਦਿੱਤੀਆਂ। ਮਹਾਤਮਾ ਗਾਂਧੀ ਨੇ ਇਸ ਨੂੰ ਪਹਿਲੀ ਫੈਸਲਾਕੁਨ ਜਿੱਤ ਆਖਿਆ। ਲੈਫਟੀਨੈਂਟ ਗਵਰਨਰ ਸਰ ਮੈਕਲਾਗਨ ਨੇ ਕਾਨੂੰਨੀ ਢੰਗ ਰਾਹੀਂ ਗੁਰਦੁਆਰੇ ਹੱਕੀ ਮਾਲਕਾਂ ਸਿੱਖ ਸੰਗਤ ਦੇ ਹਵਾਲੇ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ। ਮਾਰਚ 1921 ਵਿੱਚ ਸਿੱਖਿਆ ਮੰਤਰੀ ਮੀਆਂ ਫਜ਼ਲ ਹੁਸੈਨ ਨੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਲਈ ਬੋਰਡ ਆਫ ਕਮਿਸ਼ਨਰ ਸਥਾਪਿਤ ਕਰਨ ਲਈ ਬਿੱਲ ਪੇਸ਼ ਕੀਤਾ। ਬਿੱਲ ਦੀ ਸਿੱਖ ਵਿਧਾਇਕਾਂ ਨੇ ਵਿਰੋਧਤਾ ਕੀਤੀ। ਉਹਨਾਂ ਨੂੰ ਬੋਰਡ ਵਿੱਚ ਇੱਕ ਗੈਰ ਸਿੱਖ ਮੈਂਬਰ ਦੀ ਹੋਂਦ ਬਾਰੇ ਇਤਰਾਜ਼ ਸੀ, ਕਿਉਂਕਿ ਇਸ ਦਾ ਇੱਕੋ ਇੱਕ ਕੰਮ ਤਾਂ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਸੀ। ਨਾ ਹੀ ਮੈਂਬਰ ਗੁਰਦੁਆਰੇ ਦੀ ਪਰਿਭਾਸ਼ਾ ਬਾਰੇ ਸਹਿਮਤ ਸਨ, ਕਿਉਂਕਿ ਬਹੁਤ ਸਾਰੇ ਉਦਾਸੀਆਂ ਨੇ ਗੁਰਦੁਆਰਿਆਂ ਨੂੰ ਹਿੰਦੂ ਮੰਦਰ ਐਲਾਨ ਕਰ ਛੱਡਿਆ ਸੀ ਤੇ ਇਸ ਤਰ੍ਹਾਂ ਉਹਨਾਂ ਨੂੰ ਹਿੰਦੂਆਂ ਤੇ ਸਿੱਖ ਵਿਰੋਧੀ ਮੈਂਬਰਾਂ ਦਾ ਸਮਰਥਨ ਮਿਲ ਗਿਆ। ਮੀਆਂ ਫਜ਼ਲ ਹੁਸੈਨ ਨੇ ਬਿੱਲ ਨੂੰ ਪਾਸ ਕਰਵਾ ਕੇ ਕਾਨੂੰਨ ਬਣਾ ਦਿੱਤਾ ਤੇ ਇਸ ਤਰ੍ਹਾਂ 1922 ਦਾ ਸਿੱਖ ਗੁਰਦੁਆਰਾ ਐਂਡ ਸ਼ਰਾਈਨ ਐਕਟ ਹੋਂਦ ਵਿੱਚ ਆ ਗਿਆ। ਪਰ ਸਿੱਖਾਂ ਨੇ ਇਸ ਕਾਨੂੰਨ ਨੂੰ ਅਣਗੌਲਿਆਂ ਕਰ ਦਿੱਤਾ। SGPC ਨੇ 21 ਮਈ 1921 ਨੂੰ ਸਰਕਾਰ ਨਾਲ ਅਸਹਿਯੋਗ ਆਰੰਭ ਕਰ ਦਿੱਤਾ ਤੇ ਸਿੱਖਾਂ ਨੂੰ ਅੰਗਰੇਜ਼ੀ ਮਾਲ ਦਾ ਬਾਈਕਾਟ ਕਰਨ ਦੀ ਸਲਾਹ ਤੇ ਪ੍ਰੇਰਨਾ ਦਿੱਤੀ। ਨਰਮ ਖਿਆਲੀਏ SGPC 'ਚੋਂ ਬਾਹਰ ਹੋ ਗਏ। ਉਸ ਸਮੇਂ ਹੀ ਮਹਿਤਾਬ ਸਿੰਘ ਨੇ ਪੰਜਾਬ ਕੌਂਸਲ ਵਿੱਚ ਡਿਪਟੀ ਸਪੀਕਰ ਦੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ ਤੇ ਇਸ ਤਰ੍ਹਾਂ ਸਰਕਾਰ ਨੂੰ ਤੇ ਵਿਧਾਨ ਸਭਾ ਨੂੰ ਅਕਾਲੀ ਦ੍ਰਿਸ਼ਟੀਕੋਣ ਸਮਝਣ ਤੋਂ ਵੰਚਿਤ ਕਰ ਦਿੱਤਾ। ਜ਼ਿਲ੍ਹਾ ਅਧਿਕਾਰੀ ਜੋ ਲੈਫਟੀਨੈਂਟ ਗਵਰਨਰ ਦੇ ਚਾਬੀਆਂ ਦੇ ਮਾਮਲੇ ਬਾਰੇ ਫੈਸਲੇ ਤੋਂ ਚਿੜੇ ਹੋਏ ਤੇ ਗੁੱਸੇ ਵਿੱਚ ਸਨ, ਅਕਾਲੀਆਂ ਨਾਲ ਸਖਤੀ ਨਾਲ ਪੇਸ਼ ਆਉਣ ਲੱਗੇ। ਪ੍ਰਾਂਤ ਦੇ 13 ਜ਼ਿਲ੍ਹਿਆਂ ਵਿੱਚ 1200 ਗ੍ਰਿਫਤਾਰੀਆਂ ਕੀਤੀਆਂ ਗਈਆਂ। ਸਭ ਤੋਂ ਮੂੰਹ ਜ਼ੋਰ ਤੇ ਆਪ ਖੁਦਰਾ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਸੀ, ਜਿਸ ਨੇ ਅਕਾਲੀਆਂ ਨਾਲ ਸ਼ਕਤੀ ਪ੍ਰੀਖਿਆ ਕਰਨ ਵਿੱਚ ਤੇਜ਼ੀ ਵਿਖਾਈ। ਗੁਰੂ ਕਾ ਬਾਗ। ਅੰਮ੍ਰਿਤਸਰ ਤੋਂ 13 ਮੀਲ ਦੂਰ ਗੁਰੂ ਅਰਜਨ ਦੇਵ ਜੀ ਦੀ ਉਸ ਅਸਥਾਨ ਦੀ ਯਾਤਰਾ ਦੀ ਯਾਦ ਵਿੱਚ ਗੁਰੂ ਕੇ ਬਾਗ ਦਾ ਗੁਰਦੁਆਰਾ ਬਣਾਇਆ ਗਿਆ ਸੀ। ਗੁਰਦੁਆਰੇ ਦੇ ਨਾਲ ਲੱਗਵਾਂ ਜ਼ਮੀਨ ਦਾ ਇੱਕ ਟੁਕੜਾ ਸੀ, ਜਿਸ ਵਿੱਚ ਗੁਰਦੁਆਰੇ ਦੇ ਲੰਗਰ ਲਈ ਲੱਕੜੀ ਵਰਤਣ ਵਾਸਤੇ ਕਿੱਕਰਾਂ ਦੇ ਦਰਖਤ ਲਗਾਏ ਗਏ ਸਨ। ਉਦਾਸੀ ਮਹੰਤ ਨੇ ਅੰਮ੍ਰਿਤ ਛਕ ਕੇ ਚੁਣੀ ਹੋਈ ਕਮੇਟੀ ਦੀ ਅਧੀਨਗੀ ਪ੍ਰਵਾਨ ਕਰ ਲਈ ਸੀ, ਪਰੰਤੂ ਫਿਰ ਅਚਾਨਕ ਹੀ ਅਕਾਰਨ ਉਸਨੇ ਅਗਸਤ 1921 ਦੇ ਪਹਿਲੇ ਹਫ਼ਤੇ ਅਕਾਲੀਆਂ ਵਿਰੁੱਧ ਸ਼ਿਕਾਇਤ ਲਿਖਵਾ ਦਿੱਤੀ ਕਿ ਅਕਾਲੀ ਗੁਰਦੁਆਰੇ ਦੀ ਜ਼ਮੀਨ 'ਚੋਂ ਦਰਖਤ ਕੱਟ ਰਹੇ ਹਨ। ਪੁਲਿਸ ਨੇ ਅਕਾਲੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ 'ਤੇ ਨਾਜਾਇਜ਼ ਪ੍ਰਵੇਸ਼ ਦਾ ਫੌਜਦਾਰੀ ਮੁਕੱਦਮਾ ਦਰਜ ਕਰ ਲਿਆ। ਅਕਾਲੀਆਂ ਨੇ ਸੈਡੀਸੀਅਸ ਮੀਟਿੰਗ ਐਕਟ ਲਾਗੂ ਹੋਣ ਦੇ ਬਾਵਜੂਦ ਗੁਰੂ ਕੇ ਬਾਗ ਵਿੱਚ ਜਲਸਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਸਮਾਗਮ ਵਿੱਚ ਇਕੱਠੇ ਹੋਏ ਲੋਕ ਖਿੰਡਾ-ਪੁੰਡਾ ਦਿੱਤੇ ਤੇ ਮਾਸਟਰ ਤਾਰਾ ਸਿੰਘ ਤੇ ਮਹਿਤਾਬ ਸਿੰਘ ਸਮੇਤ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ। SGPC ਨੇ ਸਰਕਾਰ ਦੀ ਚੁਣੌਤੀ ਕਬੂਲ ਕਰ ਲਈ। 100 ਦੇ ਜੱਥੇ ਬਣਾਏ ਗਏ। ਉਹ ਪਹਿਲਾਂ ਅਕਾਲ ਤਖ਼ਤ ਉੱਪਰ ਅਹਿੰਸਾਵਾਦੀ ਰਹਿਣ ਦੀ ਪ੍ਰਤੀਗਿਆ ਲੈਂਦੇ ਤੇ ਉਹ ਗੁਰੂ ਕੇ ਬਾਗ ਵੱਲ ਤੁਰ ਪੈਂਦੇ। ਪੁਲਿਸ ਉਹਨਾਂ ਨੂੰ ਝਗੜੇ ਵਾਲੀ ਜ਼ਮੀਨ ਤੋਂ ਬਹੁਤ ਪਿੱਛੇ ਹੀ ਰੋਕ ਲੈਂਦੀ ਤੇ ਉਹਨਾਂ ਨੂੰ ਖਿੰਡ-ਪੁੰਡ ਜਾਣ ਦਾ ਹੁਕਮ ਦਿੰਦੀ ਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਨੂੰ ਲਾਠੀਆਂ, ਬੂਟਾਂ ਤੇ ਘੁਸੁੰਨਾਂ ਨਾਲ ਬੜੀ ਨਿਰਦੈਤਾ ਨਾਲ ਕੁੱਟਦੀ। ਪੁਲਿਸ ਤੇ ਸ਼ਾਂਤੀ ਪਸੰਦ ਸੱਤਿਆਗ੍ਰਹੀਆਂ ਵਿਚਕਾਰ
ਇਹ ਸੰਘਰਸ਼ ਜਾਰੀ ਰਿਹਾ, ਜਿਸ ਨੂੰ ਬਹੁਤ ਸਾਰੇ ਭਾਰਤੀ ਨੇਤਾ ਵੀ ਘੋਖਦੇ ਰਹੇ। ਇੰਡੀਅਨ ਨੈਸ਼ਨਲ ਕਾਂਗਰਸ ਨੇ ਇੱਕ ਪੜਤਾਲੀ ਕਮੇਟੀ ਨਿਯੁਕਤ ਕੀਤੀ, ਜਿਸ ਨੇ ਅਕਾਲੀਆਂ ਦੀ ਸ਼ਲਾਘਾ ਕੀਤੀ ਤੇ ਪੁਲਿਸ ਦੀਆਂ ਜ਼ਿਆਦਤੀਆਂ ਦੀ ਨਿੰਦਾ ਕੀਤੀ। ਜਦੋਂ ਸੀ.ਐਫ. ਐਂਡਰਿਊਜ਼ ਨੇ ਮੌਕਾ ਜਾ ਕੇ ਵੇਖਿਆ ਤਾਂ ਉਹ ਅਕਾਲੀਆਂ ਦੇ ਹਜ਼ਰਤ ਈਸਾ ਜਿਹੇ ਸਾਊ ਵਤੀਰੇ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ। ਉਸਨੇ ਲੈਫਟੀਨੈਂਟ ਗਵਰਨਰ ਨੂੰ ਪੁਲਿਸ ਦੀ ਬਰਬਰਤਾ ਤੇ ਵਹਿਸ਼ੀ ਕਾਰਵਾਈ ਤੋਂ ਜਾਣੂ ਕਰਾਇਆ ਤੇ ਉਸ ਨੂੰ ਆਪ ਜਾ ਕੇ ਹਾਲਾਤ ਵੇਖਣ ਦੀ ਪ੍ਰੇਰਨਾ ਦਿੱਤੀ। ਸਰ ਐਡਵਰਡ ਮੈਕਲਾਗਨ 13 ਦਸੰਬਰ ਨੂੰ ਗੁਰੂ ਕੇ ਬਾਗ ਪਹੁੰਚਿਆ ਤੇ ਮਾਰ ਕੁੱਟ ਬੰਦ ਕਰਵਾਈ। 4 ਦਿਨ ਮਗਰੋਂ ਪੁਲਿਸ ਵੀ ਉਸ ਥਾਂ ਤੋਂ ਹਟਾ ਲਈ ਗਈ। ਉਸ ਸਮੇਂ ਤੱਕ 5,605 ਅਕਾਲੀ ਗ੍ਰਿਫਤਾਰ ਕੀਤੇ ਜਾ ਚੁੱਕੇ ਸਨ ਤੇ 936 ਹਸਪਤਾਲ ਵਿੱਚ ਦਾਖਲ ਕੀਤੇ ਗਏ ਸਨ। ਅਕਾਲੀਆਂ ਨੇ ਝਗੜੇ ਵਾਲੀ ਜ਼ਮੀਨ ਸਮੇਤ ਗੁਰਦੁਆਰੇ ਤੇ ਅਧਿਕਾਰ ਕਰ ਲਿਆ। ਇਹ ਅਕਾਲੀਆਂ ਦੀ ਦੂਸਰੀ ਨਿਰਣਾਇਕ ਤੇ ਸ਼ਾਨਦਾਰ ਜਿੱਤ ਸੀ। ਗੁਰੂ ਕੇ ਬਾਗ ਦੇ ਮੋਰਚੇ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਇਤਨਾ ਉਤੇਜਿਤ ਕੀਤਾ ਕਿ ਇਲਹਾਕ ਤੋਂ ਪਹਿਲਾਂ ਕਦੇ ਵੀ ਸਿੱਖ ਇਤਨੇ ਉਤੇਜਿਤ ਨਹੀਂ ਹੋਏ ਸਨ। ਸਿੱਖਾਂ ਦੇ ਨੇਤਾਵਾਂ ਦੇ ਮੁਕੱਦਮੇ ਵਿੱਚ ਸਿੱਖਾਂ ਨੇ ਡੂੰਘੀ ਦਿਲਚਸਪੀ ਲਈ ਤੇ ਜਦੋਂ ਸਿੱਖਾਂ ਨੂੰ ਸਜ਼ਾ ਭੁਗਤਣ ਲਈ ਜੇਲ੍ਹਾਂ ਵੱਲ ਲਿਜਾਇਆ ਜਾਂਦਾ ਸੀ, ਰਸਤੇ ਵਿੱਚ ਉਹਨਾਂ ਦਾ ਭਾਰੀ ਹਜੂਮ ਸਵਾਗਤ ਕਰਦੇ। ਆਤੰਕਵਾਦੀ ਬੱਬਰ ਅਕਾਲੀ ਸਾਰੇ ਸਿੱਖ SGPC ਵੱਲੋਂ ਅਪਣਾਈ ਹੋਈ ਅਹਿੰਸਕ ਨੀਤੀ ਦੇ ਹਮੈਤੀ ਨਹੀਂ ਸਨ। ਗੁਰੂ ਕੇ ਬਾਗ ਵਿੱਚ ਪੁਲਿਸ ਦੀਆਂ ਜ਼ਿਆਦਤੀਆਂ ਨੇ ਉਹਨਾਂ ਵਿੱਚੋਂ ਕੁਝ ਨੂੰ ਰੂਪੋਸ਼ ਆਤੰਕਵਾਦੀ ਲਹਿਰ ਜਥੇਬੰਦਕ ਕਰਨ ਲਈ ਪ੍ਰੇਰਿਆ। ਇਹ ਆਤੰਕਵਾਦੀ ਵਧੇਰੇ ਕਰਕੇ ਗਦਰੀ ਸਨ ਜਾਂ ਛੁੱਟੀ ਤੇ ਆਏ ਹੋਏ ਫੌਜੀ। ਇਸ ਲਹਿਰ ਦੇ ਦੋ ਬਹੁਤ ਸਰਗਰਮ ਮੈਂਬਰਾਂ ਵਿੱਚ ਰਿਟਾਇਰਡ ਹਵਾਲਦਾਰ ਮੇਜਰ ਕਿਸ਼ਨ ਸਿੰਘ ਤੇ ਮਾਸਟਰ ਮੋਤਾ ਸਿੰਘ ਸਨ। ਬੱਬਰਾਂ ਨੇ ਹਥਿਆਰ ਲੈਣ ਲਈ ਆਪਣੇ ਪ੍ਰਤੀਨਿਧ ਉੱਤਰ ਪੱਛਮੀ ਸੀਮਾ ਪ੍ਰਾਂਤ ਵਿੱਚ ਤੇ ਭਾਰਤੀ ਰਿਆਸਤਾਂ ਵਿੱਚ ਭੇਜੇ। ਉਹਨਾਂ ਨੇ ਫੌਜੀਆਂ ਨੂੰ ਵੀ ਅਸਲਾ ਖਾਨਿਆਂ 'ਚੋਂ ਹਥਿਆਰ ਚੋਰੀ ਕਰਨ ਲਈ ਉਕਸਾਇਆ। ਉਹਨਾਂ ਦੇ 2 ਡੁਪਲੀਕੇਟਰ ਲੈ ਲਏ ਤੇ ਬੱਬਰ ਅਕਾਲੀ ਦੁਆਬਾ ਸੂਚਨਾ ਪੱਤਰ ਕੱਢਣਾ ਸ਼ੁਰੂ ਕੀਤਾ। ਬੱਬਰਾਂ ਦੀ ਹਿੰਸਕ ਕਾਰਵਾਈ ਭਾਵੇਂ ਥੋੜ੍ਹੇ ਸਮੇਂ ਲਈ ਹੀ ਸੀ, ਪਰ ਇਹ ਪ੍ਰਬਲ ਤੇ ਪ੍ਰਭਾਵਸ਼ਾਲੀ ਸੀ। ਕੁਝ ਮਹੀਨਿਆਂ ਲਈ ਉਹਨਾਂ ਨੇ ਜਲੰਧਰ ਤੇ ਹੁਸ਼ਿਆਰਪੁਰ ਦੇ ਦੁਆਬੇ ਵਿੱਚ ਦਹਿਸ਼ਤ ਫੈਲਾ ਦਿੱਤੀ। ਪੁਲਿਸ ਮੁਕਾਬਲਿਆਂ ਨੇ ਬੱਬਰਾਂ ਦੀ ਧਾਕ ਬਿਠਾ ਦਿੱਤੀ, ਜਿਨ੍ਹਾਂ ਵਿੱਚ ਬਹੁਤੇ ਬੱਬਰਾਂ ਨੇ ਆਪਣੀ ਜ਼ਿੰਦਗੀ ਦੀ ਰਤਾ ਪਰਵਾਹ ਨਾ ਕੀਤੀ। 1923 ਦੀਆਂ ਗਰਮੀਆਂ ਤੱਕ ਹਿੰਸਕ ਲਹਿਰ ਲਗਭਗ ਦਮ ਤੋੜ ਚੁੱਕੀ ਸੀ ਤੇ ਬਹੁਤ ਸਾਰੇ ਬੱਬਰ ਗ੍ਰਿਫਤਾਰ ਕਰ ਲਏ ਗਏ ਸਨ। ਜਿਨ੍ਹਾਂ ਬੱਬਰਾਂ ਤੇ ਮੁਕੱਦਮਾ ਚਲਾਇਆ ਗਿਆ, ਉਹਨਾਂ ਵਿੱਚੋਂ 22 ਵਾਅਦਾ ਮੁਆਫ ਬਣ ਗਏ। ਉਹਨਾਂ ਉੱਪਰ ਲਾਹੌਰ ਜੇਲ੍ਹ ਵਿੱਚ ਹੀ ਗੁਪਤ ਰੂਪ ਵਿੱਚ ਮੁਕੱਦਮਾ ਚਲਾਇਆ ਗਿਆ, ਜਿਸ ਦੀ ਪ੍ਰਧਾਨਗੀ ਇੱਕ ਅੰਗਰੇਜ਼ ਜੱਜ ਨੇ ਕੀਤੀ। ਕਿਸ਼ਨ ਸਿੰਘ ਸਮੇਤ 6 ਬੱਬਰ ਅਕਾਲੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਤੇ 34 ਰਿਹਾ ਕਰ ਦਿੱਤੇ ਗਏ ਤੇ ਬਾਕੀਆਂ ਨੂੰ ਵੱਖ-ਵੱਖ ਮਿਆਦ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਜਿਨ੍ਹਾਂ ਨੂੰ ਮੌਤ ਦੀ ਸਜ਼ਾ ਹੋਈ, ਉਹਨਾਂ ਨੇ ਅਪੀਲ ਕਰਨ ਜਾਂ ਰਹਿਮ ਲਈ ਬੇਨਤੀ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੂੰ ਫਾਂਸੀ ਲਾ ਦਿੱਤਾ ਗਿਆ। ਸਰਕਾਰ ਤੇ ਅਕਾਲੀਆਂ ਦੋਹਾਂ ਦਾ ਵਤੀਰਾ ਸਖਤ ਹੋ ਗਿਆ। ਅਕਾਲੀਆਂ ਨੇ ਵਧੇਰੇ ਅੜਬਾਈ ਦਿਖਾਈ ਤੇ ਗੁਰਦੁਆਰਿਆਂ ਤੇ ਜ਼ਬਰਦਸਤੀ ਕਬਜ਼ਾ ਕਰ ਲਿਆ। 17 ਫਰਵਰੀ 1923 ਨੂੰ ਮੁਕਤਸਰ ਦੇ ਇਤਿਹਾਸਕ ਗੁਰਦੁਆਰੇ ਤੇ ਕਬਜ਼ਾ ਵਰਣਨਯੋਗ ਸੀ। ਪੁਲਿਸ ਵੀ ਕੈਦ ਕੀਤੇ ਅਕਾਲੀਆਂ ਪ੍ਰਤੀ ਵਧੇਰੇ ਬੇਰਹਿਮ ਹੋ ਗਈ। ਲੰਮੇ ਕੇਸਾਂ ਤੋਂ ਫੜ ਕੇ ਧੂਣ ਭੁੱਖੇ ਰੱਖ ਕੇ ਕੁੱਟਣ ਦੀਆਂ ਤੇ ਉਹਨਾਂ ਨੂੰ ਸਰਦੀ ਦੀਆਂ ਠੰਡੀਆਂ ਰਾਤਾਂ ਵਿੱਚ ਬਾਹਰ ਸੌਣ ਲਈ ਮਜਬੂਰ ਕਰਨ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ। ਲੈਜਿਸਲੇਟਿਵ ਕੌਂਸਲ ਯਾਨੀ ਵਿਧਾਨਕ ਪਰਿਸ਼ਦ ਵਿੱਚ ਅਕਾਲੀ ਕੈਦੀਆਂ ਦੀ ਰਿਹਾਈ ਲਈ ਮਤਾ ਪੇਸ਼ ਕੀਤਾ ਗਿਆ ਤੇ ਇਸ ਨੂੰ ਹਿੰਦੂ ਤੇ ਮੁਸਲਮਾਨ ਗੈਰ ਸਰਕਾਰੀ ਮੈਂਬਰਾਂ ਦੀ ਸਹਾਇਤਾ ਨਾਲ ਪਾਸ ਕਰ ਦਿੱਤਾ ਗਿਆ। ਸਰਕਾਰੀ ਬੁਲਾਰੇ ਨੇ ਇਹ ਮੰਨਿਆ ਕਿ ਮਾਰਚ 1923 ਵਿੱਚ ਹਿੰਦੂ ਮੁਸਲਿਮ ਸੰਪਰਦਾਇਕ ਫਸਾਦਾਂ ਵਿੱਚ ਅਕਾਲੀਆਂ ਨੇ ਫੌਜੀ ਸਹਾਇਤਾ ਆਉਣ ਤੋਂ ਪਹਿਲਾਂ ਅਮਨ ਕਾਨੂੰਨ ਕਾਇਮ ਰੱਖਣ ਵਿੱਚ ਬੜੀ ਸਹਾਇਤਾ ਕੀਤੀ। ਇਸ ਸੇਵਾ ਕਾਰਨ ਲੈਫਟੀਨੈਂਟ ਗਵਰਨਰ ਨੇ ਅਗਸਤ-ਸਤੰਬਰ ਵਿੱਚ ਗੁਰੂ ਕਾ ਬਾਗ ਵਿੱਚ ਗ੍ਰਿਫਤਾਰ ਕੀਤੇ ਗਏ 1000 ਤੋਂ ਵੱਧ ਅਕਾਲੀਆਂ ਦੀ ਰਿਹਾਈ ਦੇ ਹੁਕਮ ਦੇ ਦਿੱਤੇ। ਇਸ ਜਿੱਤ ਦੇ ਅਹਿਸਾਸ ਨਾਲ ਅਕਾਲੀਆਂ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਆਰੰਭ ਕਰ ਦਿੱਤੀ। ਇਹ ਕਾਰਜ, ਜੋ ਹਰ 2-3 ਦਹਾਕਿਆਂ ਪਿੱਛੋਂ ਲੱਖਾਂ ਤੀਰਥ ਯਾਤਰੀਆਂ ਦੇ ਇਸ਼ਨਾਨ ਕਰਨ ਕਰਕੇ ਪਿੱਛੋਂ ਇਕੱਠੀ ਹੋਈ ਗਾਰ ਜਾਂ ਤਲਛਟ ਨੂੰ ਬਾਹਰ ਕੱਢਣ ਲਈ ਕੀਤਾ ਜਾਂਦਾ ਹੈ, ਪੂਰਾ ਕਰਨ ਵਿੱਚ 1 ਮਹੀਨਾ ਲੱਗਾ। ਇਸ ਸਮੇਂ ਭਾਰਤ ਅਤੇ ਵਿਦੇਸ਼ਾਂ ਵਿੱਚ ਲੱਖਾਂ ਸਿੱਖ ਅੰਮ੍ਰਿਤਸਰ ਆਏ। ਸਰਕਾਰ ਵਿਰੁੱਧ ਆਪਣੇ ਜਜ਼ਬਾਤ ਦਾ ਪ੍ਰਚਾਰ ਕਰਨ ਲਈ ਅਕਾਲੀਆਂ ਨੇ ਪੂਰਾ ਲਾਭ ਉਠਾਇਆ। ਉਹ ਆਪਣੇ ਆਪ ਨੂੰ ਸਿੱਖਾਂ ਦੀ ਇੱਕੋ ਇੱਕ ਨੁਮਾਇੰਦਾ ਜਮਾਤ ਸਮਝਣ ਲੱਗੇ। SGPC ਦਾ ਫੈਸਲਾ ਗੁਰੂ ਦਾ ਫਰਮਾਨ ਬਣ ਗਿਆ। ਜਦੋਂ ਕਾਰ ਸੇਵਾ ਚੱਲ ਰਹੀ ਸੀ ਤਾਂ ਸੈਂਟਰਲ ਸਿੱਖ ਲੀਗ ਨੇ ਜਲਿਆਂਵਾਲਾ ਬਾਗ ਵਿੱਚ ਆਪਣਾ ਸਮਾਗਮ ਕੀਤਾ।
ਇਸ ਇਜਲਾਸ ਵਿੱਚ ਇਹ ਅਫਵਾਹ ਫੈਲ ਗਈ ਕਿ ਭਾਰਤ ਸਰਕਾਰ ਨਾਭਾ ਦੇ ਮਹਾਰਾਜੇ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਉਤਾਰਨਾ ਚਾਹੁੰਦੀ ਹੈ। ਕੁਝ ਦਿਨ ਮਗਰੋਂ ਇਹ ਐਲਾਨ ਹੋ ਗਿਆ ਕਿ ਮਹਾਰਾਜੇ ਨੇ ਰਾਜ ਅਧਿਕਾਰ ਤਿਆਗ ਦਿੱਤਾ ਹੈ। ਜੈਤੋ ਮਹਾਰਾਜਾ ਨਾਭਾ ਦਾ ਝਗੜਾ ਭਾਰਤ ਸਰਕਾਰ ਨਾਲ ਨਹੀਂ, ਮਹਾਰਾਜਾ ਪਟਿਆਲੇ ਨਾਲ ਸੀ, ਪਰ ਉਸਨੇ ਆਪਣੇ ਧਰਮ ਦੇ ਮਾਮਲਿਆਂ ਵਿੱਚ ਦਿਲਚਸਪੀ ਲਈ ਸੀ ਤੇ ਸਰਕਾਰ ਉਹਦੀ ਰਾਸ਼ਟਰੀ ਤੇ ਅਕਾਲੀ ਲਹਿਰਾਂ ਨਾਲ ਹਮਦਰਦੀ ਤੋਂ ਵਾਕਿਫ ਸੀ। ਸਰਕਾਰ ਨੇ ਝਗੜੇ ਦੀ ਪੜਤਾਲ ਲਈ ਇਲਾਹਾਬਾਦ ਹਾਈ ਕੋਰਟ ਦੇ ਜੱਜ ਸਟੀਵਾਰਟ ਨੂੰ ਨਿਯੁਕਤ ਕਰ ਦਿੱਤਾ। ਉਸ ਦੀ ਪੜਤਾਲ ਮਹਾਰਾਜਾ ਨਾਭੇ ਦੇ ਵਿਰੁੱਧ ਸੀ। ਪੋਲੀਟੀਕਲ ਏਜੰਟ ਨੇ ਰਿਪੁਦਮਨ ਸਿੰਘ ਨੂੰ ਆਪਣੇ ਨਾਬਾਲਗ ਪੁੱਤਰ ਦੇ ਹੱਕ ਵਿੱਚ ਗੱਦੀ ਤਿਆਗ ਦੇਣ ਲਈ ਬਣਾ ਲਿਆ। ਐਸਜੀਪੀਸੀ ਨੇ ਸਿੱਖਾਂ ਨੂੰ 9 ਸਤੰਬਰ 1923 ਨੂੰ ਨਾਭਾ ਦਿਵਸ ਮਨਾਉਣ ਦੀ ਪ੍ਰੇਰਣਾ ਦੇਣ ਲਈ ਇੱਕ ਮਤਾ ਪਾਸ ਕਰ ਦਿੱਤਾ। ਨਾਭੇ ਦੇ ਸਿੱਖਾਂ ਨੇ ਆਪਣੇ ਗੁਰਦੁਆਰੇ ਵਿੱਚ ਗ੍ਰੰਥ ਦੇ ਅਖੰਡ ਪਾਠਾਂ ਦਾ ਆਯੋਜਨ ਕੀਤਾ। ਇੱਕ ਅਜਿਹੇ ਅਖੰਡ ਪਾਠ ਵਿੱਚ ਜੋ ਜੈਤੋ ਪਿੰਡ ਦੇ ਗੁਰਦੁਆਰਾ ਗੰਗਸਰ ਵਿੱਚ ਰਖਵਾਇਆ ਗਿਆ ਸੀ, ਪੁਲਿਸ ਨੇ ਰੋਕ ਪਾ ਦਿੱਤੀ। ਇੱਕ ਨਵਾਂ ਮੋਰਚਾ ਲਾ ਦਿੱਤਾ ਗਿਆ। ਜੈਤੋ ਵਿੱਚ ਹਰ ਰੋਜ਼ ਅਮਨ ਪਸੰਦ ਸੱਤਿਆਗ੍ਰਹਿ ਕਰਨ ਲਈ ਜੱਥੇ ਪਹੁੰਚਣੇ ਸ਼ੁਰੂ ਹੋ ਗਏ। ਸਰਕਾਰ ਨੇ ਵੀ ਚੁਣੌਤੀ ਪ੍ਰਵਾਨ ਕਰ ਲਈ। ਐਸਜੀਪੀਸੀ ਤੇ ਅਕਾਲੀ ਦਲ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਤੇ 59 ਅਕਾਲੀ ਨੇਤਾ ਗ੍ਰਿਫਤਾਰ ਕਰ ਲਏ ਗਏ। ਉਹਨਾਂ ਉੱਪਰ ਬਾਦਸ਼ਾਹ ਵਿਰੁੱਧ ਜੰਗ ਛੇੜਨ ਦਾ ਦੋਸ਼ ਲਾਇਆ ਗਿਆ ਤੇ ਮੁਕੱਦਮੇ ਲਈ ਲਾਹੌਰ ਭੇਜ ਦਿੱਤੇ ਗਏ। ਸਾਰੇ ਚੋਟੀ ਦੇ ਨੇਤਾਵਾਂ ਦੀ ਕੈਦ ਨਾਲ ਨਾਭਾ ਅੰਦੋਲਨ ਕੁਚਲਿਆ ਨਾ ਜਾ ਸਕਿਆ, ਸਗੋਂ ਇਹ ਸਹੀ ਅਰਥਾਂ ਵਿੱਚ ਇੱਕ ਲੋਕ ਲਹਿਰ ਦਾ ਰੂਪ ਧਾਰਨ ਕਰ ਗਿਆ। ਜੈਤੋ ਜਾਣ ਵਾਲੇ ਜੱਥੇ ਦਾ ਆਕਾਰ 25 ਤੋਂ ਵੱਧ ਕੇ 100 ਤੋਂ 500 ਤੱਕ ਹੋ ਗਿਆ। ਉਹ ਪੰਜਾਬ ਦੇ ਸਾਰੇ ਭਾਗਾਂ ਤੋਂ ਆਉਂਦੇ ਸਨ ਤੇ ਜਿਨ੍ਹਾਂ ਪਿੰਡਾਂ ਵਿੱਚੋਂ ਦੀ ਜੱਥੇ ਲੰਘਦੇ ਸਨ, ਸਭ ਸਿੱਖ, ਹਿੰਦੂ ਤੇ ਮੁਸਲਮਾਨ ਉਹਨਾਂ ਦੀ ਸੇਵਾ ਕਰਦੇ, ਸੁਆਗਤ ਵਿੱਚ ਹਾਰ ਪਾਉਂਦੇ ਤੇ ਸ਼ੁਭ ਇਸ਼ਾਵਾਂ ਦਿੰਦੇ। ਇਸ ਮੋਰਚੇ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਨੇ ਪੂਰਨ ਹਮਦਰਦੀ ਦਿਖਾਈ ਤੇ ਜੈਤੋ ਮੋਰਚੇ ਵਿੱਚ ਗ੍ਰਿਫਤਾਰ ਹੋਣ ਵਾਲਿਆਂ ਵਿੱਚ ਜਵਾਹਰ ਲਾਲ ਵੀ ਸ਼ਾਮਲ ਸੀ। ਜਦੋਂ ਜੈਤੋ ਮੋਰਚਾ ਚੱਲ ਰਿਹਾ ਸੀ ਤਾਂ ਉਸ ਸਮੇਂ ਲਾਹੌਰ ਵਿੱਚ ਭਾਈ ਫੇਰੂ ਵਿਖੇ ਮੋਰਚਾ ਲਾ ਦਿੱਤਾ ਗਿਆ, ਜਿੱਥੇ ਮਹੰਤ ਅਕਾਲੀਆਂ ਨਾਲ ਕੀਤੇ ਹੋਏ ਸਮਝੌਤੇ ਤੋਂ ਮੁਕਰ ਗਿਆ ਸੀ ਤੇ ਉਸਨੇ ਅਕਾਲੀਆਂ ਤੇ ਨਾਜਾਇਜ਼ ਪ੍ਰਵੇਸ਼ ਦਾ ਇਲਜ਼ਾਮ ਲਾ ਦਿੱਤਾ ਸੀ। ਭਾਈ ਫੇਰੂ ਹਰ ਰੋਜ਼ 25 ਅਕਾਲੀ ਗ੍ਰਿਫਤਾਰੀ ਦੇਣ ਲਈ ਜਾਣ ਲੱਗੇ। ਲਗਾਤਾਰ ਸ਼ਾਂਤਮਈ ਸੱਤਿਆਗ੍ਰਹਿ ਕਰਨ ਵਾਲੇ ਅਕਾਲੀਆਂ ਦੇ ਜੈਤੋ ਤੇ ਭਾਈ ਫੇਰੂ ਪਹੁੰਚਦੇ ਰਹਿਣ ਤੇ ਸਰਕਾਰ ਬਹੁਤ ਕ੍ਰੋਧਿਤ ਹੋ ਉੱਠੀ ਤੇ ਇਸ ਲਹਿਰ ਨੂੰ ਕੁਚਲ ਦੇਣ ਲਈ ਖਤਰਨਾਕ ਤੇ ਭਿਆਨਕ ਯਤਨ ਸ਼ੁਰੂ ਕਰ ਦਿੱਤੇ। ਜਨਵਰੀ 1924 ਦੇ ਪਹਿਲੇ ਹਫ਼ਤੇ ਅੰਮ੍ਰਿਤਸਰ ਦੀ ਪੁਲਿਸ ਨੇ ਅਕਾਲ ਤਖ਼ਤ ਤੇ ਧਾਵਾ ਬੋਲਿਆ, ਐਸਜੀਪੀਸੀ ਦੇ ਦਸਤਾਵੇਜ਼ ਫੜ ਲਏ ਤੇ 62 ਹੋਰ ਆਦਮੀਆਂ ਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਪੁਲਿਸ ਵੱਲੋਂ ਉਠਾਏ ਗਏ ਕਦਮਾਂ ਕਾਰਨ ਨਾਭਾ ਰਿਆਸਤ ਦੇ ਅਧਿਕਾਰੀਆਂ ਨੂੰ ਹੋਰ ਉਤਸ਼ਾਹ ਮਿਲ ਗਿਆ ਤੇ ਉਹਨਾਂ ਹੋਰ ਸਖਤੀ ਕਰ ਦਿੱਤੀ। ਅੰਗਰੇਜ਼ ਪ੍ਰਬੰਧਕ ਨੇ ਨਾਭਾ ਰਿਆਸਤ ਦੇ ਅਕਾਲੀਆਂ ਦੀ ਜਾਇਦਾਦ ਜ਼ਬਤ ਕਰ ਲੈਣ ਦੇ ਹੁਕਮ ਜਾਰੀ ਕਰ ਦਿੱਤੇ। ਕਈ ਹਜ਼ਾਰ ਲੋਕਾਂ ਨੂੰ ਪਿੰਡਾਂ ਵਿੱਚ ਜੂਬੰਦ ਕਰ ਦਿੱਤਾ ਤੇ ਜੈਤੋ ਆਰੇ ਜੱਥਿਆਂ ਉੱਪਰ ਵਧੇਰੇ ਸਖਤੀ ਕਰਨ ਦੇ ਹੁਕਮ ਦੇ ਦਿੱਤੇ। 21 ਫਰਵਰੀ 1924 ਨੂੰ 500 ਅਕਾਲੀਆਂ ਦਾ ਇੱਕ ਜੱਥਾ ਜੈਤੋ ਪਹੁੰਚਿਆ ਤੇ ਉਸ ਦੇ ਅਧਿਕਾਰੀਆਂ ਵੱਲੋਂ ਚਲੇ ਜਾਣ ਲਈ ਕਹਿਣ ਤੋਂ ਇਨਕਾਰ ਕਰਨ ਪਿੱਛੋਂ ਗੋਲੀ ਚਲਾਏ ਜਾਣ ਨਾਲ ਕਾਫੀ ਜਾਨੀ ਨੁਕਸਾਨ ਹੋਇਆ। ਇਸ ਗੋਲੀ ਕਾਂਡ ਨਾਲ ਸਾਰੇ ਭਾਰਤ ਵਿੱਚ ਅਕਾਲੀਆਂ ਨਾਲ ਹਮਦਰਦੀ ਹੋ ਗਈ ਤੇ ਸਿੱਖ ਆਜ਼ਾਦੀ ਲਹਿਰ ਵੱਲ ਖਿੱਚੇ ਗਏ। ਸਰਕਾਰ ਨੇ ਅਕਾਲੀਆਂ ਨੂੰ ਅਲੱਗ-ਥਲੱਗ ਕਰਨ ਲਈ ਇਸ ਗੱਲ ਦਾ ਬੜਾ ਪ੍ਰਚਾਰ ਕੀਤਾ ਕਿ ਉਹ ਪੰਜਾਬ ਵਿੱਚ ਸਿੱਖ ਰਾਜ ਦੀ ਸਥਾਪਨਾ ਕਰਨ ਦੀ ਇੱਛਾ ਰੱਖਦੇ ਹਨ। ਇਸ ਦਾ ਉਲਟਾ ਅਸਰ ਹੋਇਆ। ਜਿਹੜੇ ਸਿੱਖ ਇਸ ਲਹਿਰ ਤੋਂ ਨਿਰਲੇਪ ਸਨ, ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਉਹਨਾਂ ਦਾ ਕਰਤੱਵ ਬਣਦਾ ਹੈ ਕਿ ਉਹ ਵੀ ਉਸ ਲਹਿਰ ਦਾ ਸਮਰਥਨ ਕਰਨ ਜੋ ਸਿੱਖ ਰਾਜ ਦੀ ਪੁਨਰ ਸਥਾਪਤੀ ਦੀ ਇੱਛਕ ਹੈ। ਕਿਉਂਕਿ ਸਰਕਾਰ ਦੇ ਦੋਸ਼ ਵਿੱਚ ਕੋਈ ਸੱਚਾਈ ਨਹੀਂ ਸੀ, ਸਿੱਖ ਨੇਤਾ ਤੇ ਕਾਂਗਰਸ ਸਰਕਾਰ ਉੱਪਰ ਛਲ ਕਪਟ ਦਾ ਦੋਸ਼ ਲਾਉਣ ਵਿੱਚ ਸਫਲ ਹੋ ਗਏ। ਇਸ ਦੌਰਾਨ ਪੰਜਾਬ ਦੇ ਕੋਨੇ-ਕੋਨੇ ਤੋਂ ਜੱਥੇ ਜੇਤੂ ਅੰਦਾਜ਼ ਵਿੱਚ ਅੰਮ੍ਰਿਤਸਰ ਪਹੁੰਚਦੇ ਰਹੇ ਤੇ ਉੱਥੋਂ ਜੈਤੋ ਤੇ ਭਾਈ ਫੇਰੂ ਜਾਂਦੇ ਰਹੇ। ਸਿੱਖ ਗੁਰਦੁਆਰਾ ਕਾਨੂੰਨ। ਫੌਜੀਆਂ ਵਿੱਚ ਅਕਾਲੀਆਂ ਪ੍ਰਤੀ ਹਮਦਰਦੀ ਤੋਂ ਫੌਜੀ ਅਧਿਕਾਰੀ ਬਹੁਤ ਚਿੰਤਤ ਸਨ। ਮਾਰਚ 1924 ਵਿੱਚ ਜਨਰਲ ਸਰ ਬਰਡਵੁੱਡ ਨੇ ਅਕਾਲੀਆਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਉਸ ਸਮੇਂ ਅਕਾਲੀਆਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਜੈਤੋ ਮੋਰਚਾ ਰਿਪੁਦਮਨ ਸਿੰਘ ਦੀ ਬਰਖਾਸਤਗੀ ਵਿਰੁੱਧ ਨਹੀਂ, ਸਗੋਂ ਇਹ ਤਾਂ ਕਿਸੇ ਬਾਹਰਲੀ ਦਖਲ ਅੰਦਾਜ਼ੀ ਬਿਨਾਂ ਆਪਣੇ ਗੁਰਦੁਆਰਿਆਂ ਵਿੱਚ ਆਪਣੀਆਂ ਧਾਰਮਿਕ ਰੀਤੀਆਂ ਨੂੰ ਨਿਭਾਉਣ ਦੇ ਹੱਕ ਨੂੰ ਦ੍ਰਿੜ ਕਰਵਾਉਣ ਤੇ ਦਾਅਵੇ ਨੂੰ ਪ੍ਰਸਤੁਤ ਕਰਨ ਲਈ ਸੀ। ਜਨਰਲ ਬਰਡਵੁੱਡ ਦੇ ਯਤਨ ਮਗਰੋਂ ਰੰਗ ਲਿਆਏ ਜਦ ਮਈ 1924 ਵਿੱਚ ਸਰ ਮੈਕਲਮ ਹੇਲੀ ਪੰਜਾਬ ਦਾ ਲੈਫਟੀਨੈਂਟ ਗਵਰਨਰ ਬਣਿਆ। ਹੇਲੀ ਬੜਾ ਨਿਪੁੰਨ ਕਰਮਕਾਰੀ ਸੀ
ਉਸਨੇ ਸ਼ਾਂਤਮਈ ਅਕਾਲੀ ਸੱਤਿਆਗ੍ਰਹੀਆਂ ਵਿਰੁੱਧ ਪੁਲਿਸ ਦੀ ਸਖਤੀ ਵੀ ਜਾਰੀ ਰੱਖੀ ਤੇ ਨਾਲ ਦੀ ਨਾਲ ਨਰਮ ਖਿਆਲੀਏ ਸਿੱਖਾਂ ਨਾਲ ਸਮਝੌਤੇ ਲਈ ਗੱਲਬਾਤ ਵੀ ਸ਼ੁਰੂ ਕਰ ਦਿੱਤੀ। ਉਸਨੇ ਨਰਮ ਖਿਆਲੀ ਸਿੱਖਾਂ ਨੂੰ ਸਿੱਖ ਜ਼ਿਲ੍ਹਿਆਂ ਵਿੱਚ ਸਥਾਨਕ ਸਿੱਖਾਂ ਦੀਆਂ ਸੁਧਾਰ ਕਮੇਟੀਆਂ ਬਣਾਉਣ ਲਈ ਉਤਸ਼ਾਹਿਤ ਕੀਤਾ। ਉਸਨੇ ਸਾਰੇ ਸੂਬੇ ਦਾ ਦੌਰਾ ਕੀਤਾ ਤੇ ਆਪਣੇ ਭਾਸ਼ਣਾਂ ਵਿੱਚ ਸਿੱਖਾਂ ਨੂੰ ਚੇਤਾਵਨੀ ਦਿੱਤੀ ਕਿ ਲਗਾਤਾਰ ਅੰਦੋਲਨ ਨਾਲ ਭਵਿੱਖ ਵਿੱਚ ਫੌਜ ਵਿੱਚ ਸਿੱਖਾਂ ਦੀ ਭਰਤੀ ਤੇ ਮਾੜਾ ਅਸਰ ਪੈ ਸਕਦਾ ਹੈ। ਹੇਲੀ ਦੇ ਢੰਗ ਕਾਰਗਰ ਸਿੱਧ ਹੋਏ। ਜੱਥੇ ਭਾਵੇਂ ਜਾਂਦੇ ਰਹੇ ਅਤੇ ਜੈਤੋ ਤੇ ਭਾਈ ਫੇਰੂ ਦੇ ਮੋਰਚੇ ਵਿੱਚ ਗ੍ਰਿਫਤਾਰੀਆਂ ਦੀ ਗਿਣਤੀ 10,000 ਤੱਕ ਪਹੁੰਚ ਗਈ, ਪਰ ਸਿੱਖਾਂ ਦੀ ਏਕਤਾ ਨੂੰ ਕਾਫੀ ਨੁਕਸਾਨ ਪਹੁੰਚਿਆ। ਸਿੱਖ ਸੁਧਾਰ ਕਮੇਟੀ ਦੇ ਇੱਕ ਜੱਥੇ ਨੂੰ ਜੈਤੋ ਦੇ ਗੁਰਦੁਆਰੇ ਵਿੱਚ ਜਾ ਕੇ ਅਕਤੂਬਰ 1924 ਵਿੱਚ ਬਿਨਾਂ ਦਖਲਅੰਦਾਜ਼ੀ ਦੇ ਅਖੰਡ ਪਾਠ ਕਰਨ ਦੀ ਆਗਿਆ ਮਿਲ ਗਈ। ਹੇਲੀ ਨੇ ਮੋਰਚੇ ਨੂੰ ਧਾਰਮਿਕ ਸਿੱਧ ਕਰਨ ਲਈ ਜ਼ਿੰਮੇਵਾਰੀ ਅਕਾਲੀਆਂ ਸਿਰ ਪਾ ਦਿੱਤੀ। ਲੈਜਿਸਲੇਟਿਵ ਕੌਂਸਲ ਦੇ 5 ਮੈਂਬਰਾਂ ਦੀ ਕਮੇਟੀ ਬਣਾ ਕੇ ਹੇਲੀ ਨੇ ਨਵੇਂ ਬਿੱਲ ਦਾ ਖਰੜਾ ਲਾਹੌਰ ਕਿਲੇ ਵਿੱਚ ਕੈਦ ਅਕਾਲੀ ਨੇਤਾਵਾਂ ਕੋਲ ਪੇਸ਼ ਕਰਵਾ ਦਿੱਤਾ। ਬਿੱਲ ਅਕਾਲੀਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਦਾ ਸੀ ਤੇ 1925 ਵਿੱਚ ਇਸ ਨੂੰ ਪਾਸ ਕਰਕੇ ਕਾਨੂੰਨ ਬਣਾ ਦਿੱਤਾ ਗਿਆ। ਪਰੰਤੂ ਹੇਲੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਜਿਹੜੇ ਨੇਤਾ ਆਪਣੀ ਗਲਤੀ ਸਵੀਕਾਰ ਕਰਨਗੇ, ਉਹਨਾਂ ਨੂੰ ਹੀ SGPC ਦਾ ਅਧਿਕਾਰ ਸੌਂਪਿਆ ਜਾਵੇਗਾ। ਇੱਕ ਧੜਾ ਜਿਸ ਦਾ ਆਗੂ ਸਰਦਾਰ ਮਹਿਤਾਬ ਸਿੰਘ ਸੀ, ਸਹਿਯੋਗ ਕਰਨ ਲਈ ਸਹਿਮਤ ਹੋ ਗਿਆ ਤੇ ਉਸ ਨੂੰ ਰਿਹਾ ਕਰ ਦਿੱਤਾ ਗਿਆ। ਵੱਡਾ ਧੜਾ, ਜਿਸ ਵਿੱਚ ਬਾਬਾ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਸ਼ਾਮਲ ਸੀ, ਮਸ਼ਰੂਤ ਰਿਹਾਈ ਨੂੰ ਅਪਮਾਨਜਨਕ ਸਮਝਦਾ ਸੀ ਤੇ ਉਹਨਾਂ ਨੇ ਕੋਈ ਲਿਖਤੀ ਸ਼ਰਤ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਐਕਟ ਲਾਗੂ ਕਰਨ ਤੋਂ ਪਹਿਲਾਂ ਸਾਰੇ ਅਕਾਲੀ ਰਿਹਾ ਕੀਤੇ ਜਾਣ। ਕੁਝ ਮਹੀਨਿਆਂ ਮਗਰੋਂ ਉਹਨਾਂ ਨੂੰ ਵੀ ਰਿਹਾ ਕਰ ਦਿੱਤਾ ਗਿਆ ਤੇ ਜਿਵੇਂ ਉਮੀਦ ਸੀ, ਉਹਨਾਂ ਨੇ ਮਹਿਤਾਬ ਸਿੰਘ ਦੇ ਧੜੇ ਦੀ ਮਿਲਵਰਤਨੀਏ ਕਹਿ ਕੇ ਨਿਖੇਧੀ ਕੀਤੀ ਤੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਬਾਹਰ ਕਰ ਦਿੱਤਾ। ਅਕਾਲੀ ਏਕਤਾ ਨੂੰ ਕਾਫੀ ਧੱਕਾ ਲੱਗਾ ਤੇ ਜੈਤੋ ਦਾ ਮੋਰਚਾ ਵੀ ਠੁੱਸ ਹੋ ਗਿਆ। ਜਿਹੜੇ ਅਕਾਲੀਆਂ ਨੇ ਮਹੰਤਾਂ ਤੇ ਸਰਕਾਰ ਵਿਰੁੱਧ ਵਿੱਢੇ ਸਖਤ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰ ਲਈ ਸੀ, ਹੁਣ ਇੱਕ ਦੂਸਰੇ ਵਿਰੁੱਧ ਜ਼ਹਿਰ ਉਗਲਣ ਲੱਗੇ। ਜਿਤਨੇ ਆਦਮੀਆਂ ਤੇ ਇਸਤਰੀਆਂ ਜੇਲ੍ਹਾਂ ਵਿੱਚ ਕੈਦ ਕੀਤੇ ਗਏ ਜਾਂ ਜਿਤਨੇ ਆਦਮੀ ਇਸ ਲਹਿਰ ਵਿੱਚ ਮਰ ਗਏ, ਉਹਨਾਂ ਦੀ ਸਹੀ ਗਿਣਤੀ ਨਹੀਂ ਦਿੱਤੀ ਜਾ ਸਕਦੀ। ਸਰਕਾਰ ਦੀ ਗਿਣਤੀ ਤੇ ਅਕਾਲੀਆਂ ਦੀ ਗਿਣਤੀ ਨੇ ਕਦੇ ਵੀ ਮੇਲ ਨਾ ਖਾਧਾ। ਪਰੰਤੂ ਤਾਰਾ ਸਿੰਘ ਫਿਰੋਜ਼ਪੁਰੀ, ਜਿਸ ਨੇ ਗੁਰਦੁਆਰਾ ਕਾਨੂੰਨ ਉੱਪਰ ਬਹਿਸ ਵਿੱਚ ਹਿੱਸਾ ਲੈਣ ਵਿੱਚ ਮੁੱਖ ਭੂਮਿਕਾ ਨਿਭਾਈ, ਉਸ ਦੇ ਕਥਨ ਨੂੰ ਸਰਕਾਰੀ ਪੱਖ ਨੇ ਕਦੇ ਝੁਠਲਾਉਣ ਜਾਂ ਵੰਗਾਰਨ ਦੀ ਕੋਸ਼ਿਸ਼ ਨਾ ਕੀਤੀ ਤੇ ਉਸ ਦੇ ਕਥਨ ਨੂੰ ਹੀ ਲਗਭਗ ਸਹੀ ਸਮਝਿਆ ਜਾਣਾ ਚਾਹੀਦਾ ਹੈ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਤਰਨਤਾਰਨ, ਨਨਕਾਣਾ ਸਾਹਿਬ, ਗੁਰੂ ਕਾ ਬਾਗ, ਭਾਈ ਫੇਰੂ ਤੇ ਜੈਤੋ ਵਿੱਚ ਜੋ ਕੁਰਬਾਨੀ ਦਿੱਤੀ ਗਈ, ਉਸ ਵਿੱਚ 30,000 ਗ੍ਰਿਫਤਾਰੀਆਂ ਹੋਈਆਂ, 400 ਲੋਕ ਮਾਰੇ ਗਏ ਤੇ 2,000 ਜ਼ਖਮੀ ਹੋਏ ਤੇ ਰਿਟਾਇਰਡ ਫੌਜੀਆਂ ਦੀਆਂ ਪੈਨਸ਼ਨਾਂ ਤੇ ਜਾਇਦਾਦ ਜ਼ਬਤੀ ਸਮੇਤ 15 ਲੱਖ ਰੁਪਏ ਦਾ ਜੁਰਮਾਨਾ ਸ਼ਾਮਲ ਹੈ ਤੇ ਸਿਵਲ ਤੇ ਫੌਜੀ ਭਰਤੀ ਵਿੱਚ ਸਿੱਖਾਂ ਉੱਪਰ ਪਾਬੰਦੀ ਲਾ ਦਿੱਤੀ ਗਈ ਹੈ। 4 ਸਾਲਾਂ ਦੇ ਇਸ ਸਖਤ ਅੰਦੋਲਨ ਦਾ ਗੰਭੀਰ ਸਿੱਟਾ ਹਿੰਦੂਆਂ ਸਿੱਖਾਂ ਵਿੱਚ ਪਏ ਪਾੜੇ ਵਿੱਚ ਹੋਰ ਵਾਧਾ ਹੋ ਜਾਣਾ ਸੀ, ਜਿਸ ਵਿੱਚ ਹਿੰਦੂਆਂ ਨੇ ਅਕਾਲੀਆਂ ਵਿਰੁੱਧ ਉਦਾਸੀ ਮਹੰਤਾਂ ਦਾ ਸਮਰਥਨ ਕੀਤਾ। ਸਿੱਖਾਂ ਦੇ ਅਡਰੇਪਣ ਦਾ ਜੋ ਪ੍ਰਗਟਾਵਾ ਭਾਈ ਕਾਹਨ ਸਿੰਘ ਨਾਭਾ ਨੇ ਆਪਣੇ ਕਿਤਾਬਚਾ ਹਮ ਹਿੰਦੂ ਨਹੀਂ ਹੈ ਵਿੱਚ ਕੀਤਾ ਹੈ, ਉਸ ਨੂੰ ਪਹਿਲੇ ਗੁਰਦੁਆਰਾ ਬਿੱਲ ਸਮੇਂ ਮਹਿਤਾਬ ਸਿੰਘ ਨੇ ਆਪਣੇ ਭਾਸ਼ਣ ਵਿੱਚ ਹੋਰ ਵੀ ਦ੍ਰਿੜਤਾ ਨਾਲ ਪੇਸ਼ ਕੀਤਾ। ਮੈਂ ਜ਼ੋਰ ਨਾਲ ਕਹਿਣਾ ਚਾਹੁੰਦਾ ਹਾਂ ਕਿ ਜੇ ਸਿੱਖ ਹਿੰਦੂ ਧਰਮ ਦੀ ਬੁੱਕਲ ਵਿੱਚ ਨਹੀਂ ਰਹਿਣਾ ਚਾਹੁੰਦੇ ਤਾਂ ਹਿੰਦੂ ਉਹਨਾਂ ਨੂੰ ਕਿਉਂ ਜੱਫੀ ਵਿੱਚ ਲੈਣ ਲਈ ਜ਼ੋਰ ਜ਼ਬਰਦਸਤੀ ਕਰ ਰਹੇ ਹਨ। ਉਹ ਆਪਣੇ ਧਰਮ ਵਿੱਚ ਅਨਿੱਛਤ ਲੋਕਾਂ ਨੂੰ ਭਾਈਵਾਲ ਬਣਾ ਕੇ ਕੀ ਲਾਭ ਪ੍ਰਾਪਤ ਕਰ ਲੈਣਗੇ? ਉਹਨਾਂ ਨੂੰ ਵੱਖ ਕਿਉਂ ਨਹੀਂ ਹੋ ਲੈਣ ਦਿੰਦੇ? ਸ਼੍ਰੀਮਾਨ, ਸਾਰੇ ਫਸਾਦ ਦੀ ਜੜ ਇਹੋ ਹੈ। ਹਿੰਦੂ ਕਹਿੰਦੇ ਹਨ ਕਿ ਅਸੀਂ ਤੁਹਾਡੇ ਗੁਰਦੁਆਰਿਆਂ ਦਾ ਪ੍ਰਬੰਧ ਤੁਹਾਡੀ ਖਾਤਰ ਕਰਾਂਗੇ ਕਿ ਇਹ ਅੰਸ਼ਕ ਰੂਪ ਵਿੱਚ ਤੁਹਾਡੇ ਹਨ ਤੇ ਅੰਸ਼ਕ ਰੂਪ ਵਿੱਚ ਸਾਡੇ ਵੀ ਹਨ। ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਆਪ ਕਰਨਾ ਚਾਹੁੰਦੇ ਹਾਂ ਤੇ ਇਹਨਾਂ ਦੀ ਦੇਖਭਾਲ ਵੀ ਕਰਾਂਗੇ ਤੇ ਅਜਿਹਾ ਕਰਨ ਲਈ ਅਸੀਂ ਦ੍ਰਿੜ ਹਾਂ। ਹਿੰਦੂ ਅਕਾਲੀਆਂ ਦੀ ਵਿਰੋਧਤਾ ਕਰਦੇ ਹੋਏ ਵੀ ਇਸ ਗੱਲ ਤੇ ਪ੍ਰਤੀਰੋਧ ਪ੍ਰਗਟ ਕਰਦੇ ਰਹੇ ਕਿ ਸਿੱਖ ਹਿੰਦੂ ਹੀ ਹਨ। ਪੰਜਾਬੀ ਹਿੰਦੂਆਂ ਦੇ ਇੱਕ ਆਗੂ ਨੇ ਕਿਹਾ, ਮੈਂ ਸਿੱਖ ਧਰਮ ਨੂੰ ਵਿਸ਼ਿਸ਼ਟ ਤੇ ਉੱਤਮ ਹਿੰਦੂ ਧਰਮ ਹੀ ਸਮਝਦਾ ਹਾਂ। ਸਿੱਖ ਸਾਡੇ ਹੱਡ ਮਾਸ ਦਾ ਹਿੱਸਾ ਹੀ ਹਨ। ਸਿੱਖ ਵੱਖਰੇ ਸਨ ਜਾਂ ਹਿੰਦੂ ਸਮਾਜਿਕ ਵਿਵਸਥਾ ਦੀ ਇੱਕ ਸ਼ਾਖਾ ਸਨ, ਆਉਣ ਵਾਲੇ ਸਮੇਂ ਦਾ ਇੱਕ ਵੱਡਾ ਮਸਲਾ ਬਣ ਗਿਆ। SGPC ਇੱਕ ਤਰ੍ਹਾਂ ਨਾਲ ਸਿੱਖ ਪਾਰਲੀਮੈਂਟ ਬਣ ਗਈ। ਇਸ ਦੇ ਫੈਸਲਿਆਂ ਨੂੰ
ਪ੍ਰਾਚੀਨ ਗੁਰਮਤਿਆਂ ਦੀ ਪਾਵਨਤਾ ਪ੍ਰਾਪਤ ਹੋ ਗਈ। ਦਲ ਇਸ ਦੀ ਫੌਜ ਬਣ ਗਿਆ ਤੇ ਗੁਰਦੁਆਰਿਆਂ ਵਿੱਚੋਂ ਹੋਣ ਵਾਲੀ ਆਮਦਨੀ, ਜੋ ਸਾਲਾਨਾ 10 ਲੱਖ ਤੋਂ ਵੀ ਉੱਪਰ ਸੀ, ਇਸ ਦਾ ਮਾਇਕ ਆਹਾਰ ਤੇ ਆਸਰਾ ਬਣ ਗਈ। ਗੁਰਦੁਆਰਿਆਂ ਦੇ ਪ੍ਰਬੰਧ ਲਈ ਖਰਚ ਤੇ ਅਦਾਇਗੀ, ਸੈਂਕੜਿਆਂ ਗ੍ਰੰਥੀਆਂ, ਸੇਵਾਦਾਰਾਂ ਤੇ ਬਣਾਏ ਗਏ ਸਕੂਲਾਂ ਕਾਲਜਾਂ ਦੇ ਅਧਿਆਪਕਾਂ ਤੇ ਪੈਰੋਕਾਰਾਂ ਦੀ ਨਿਯੁਕਤੀ ਤੇ ਸਰਪ੍ਰਸਤੀ ਅਤੇ ਪੰਜਾਬ ਤੋਂ ਬਾਹਰ ਗ੍ਰੰਥੀਆਂ ਤੇ ਪ੍ਰਚਾਰਕ ਕਾਰਜਾਂ ਲਈ ਸਿਖਲਾਈ ਦੇਣ ਦੇ ਪ੍ਰਬੰਧ ਨੇ ਐਸਜੀਪੀਸੀ ਨੂੰ ਰਾਜ ਅੰਦਰ ਰਾਜ ਬਣਾ ਦਿੱਤਾ। ਇਹਨਾਂ ਦਾ ਸੰਚਾਲਨ ਤੇ ਨਿਗਰਾਨੀ ਸਿੱਖ ਸਿਆਸਤ ਦੀ ਕੇਂਦਰੀ ਧੁਰੀ ਬਣ ਗਈ। ਅਸਿੱਧੇ ਤੌਰ ਤੇ ਅਕਾਲੀ ਲਹਿਰ ਸਿੱਖ ਰਿਆਸਤਾਂ ਵਿੱਚ ਜਾਗਰਤੀ ਦਾ ਕਾਰਨ ਬਣੀ। ਗੁਰਦੁਆਰਿਆਂ ਬਾਰੇ ਝਗੜਾ ਖਤਮ ਹੋਣ ਪਿੱਛੋਂ ਰਿਆਸਤਾਂ ਦੇ ਅਕਾਲੀ ਮਹਾਰਾਜਿਆਂ, ਮੁੱਖ ਤੌਰ ਤੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੀ ਨਿਰੰਕੁਸ਼ਤਾ ਤੇ ਸ਼ਕਤੀ ਦੀ ਦੁਰਵਰਤੋਂ ਵਿਰੁੱਧ ਅੰਦੋਲਨ ਕਰਨ ਲੱਗੇ। ਭੁਪਿੰਦਰ ਸਿੰਘ ਨੇ ਪ੍ਰਮੁੱਖ ਅੰਦੋਲਨਕਾਰੀ ਨੇਤਾ ਸੇਵਾ ਸਿੰਘ ਠੀਕਰੀਵਾਲੇ ਨੂੰ ਲਾਹੌਰ ਜੇਲ੍ਹ ਤੋਂ ਬਦਲਵਾ ਕੇ ਚੋਰੀ ਦੇ ਸਾਫ਼ ਝੂਠੇ ਮੁਕੱਦਮੇ ਵਿੱਚ ਪਟਿਆਲੇ ਨਜ਼ਰਬੰਦ ਕਰ ਦਿੱਤਾ। ਅਕਾਲੀਆਂ ਨੇ ਠੀਕਰੀਵਾਲੇ ਦਾ ਮੁਕੱਦਮਾ ਆਪਣੇ ਹੱਥ ਵਿੱਚ ਲੈ ਲਿਆ ਤੇ ਭੁਪਿੰਦਰ ਸਿੰਘ ਦੀਆਂ ਆਸ਼ਕਾਨਾ ਕਹਾਣੀਆਂ ਤੇ ਪਟਿਆਲਾ ਪੁਲਿਸ ਦੇ ਜਿਨਸੀ ਅਵੈਡ ਬਾਰੇ ਪ੍ਰਚਾਰ ਮੁਹਿੰਮ ਛੇੜ ਦਿੱਤੀ। ਮਹਾਰਾਜਾ ਅਕਾਲੀਆਂ ਦੇ ਇੱਕ ਧੜੇ ਨੂੰ ਆਪਣੇ ਨਾਲ ਮਿਲਾ ਲੈਣ ਵਿੱਚ ਸਫਲ ਹੋ ਗਿਆ, ਪਰੰਤੂ ਉਹ ਪੰਜਾਬੀ ਤੇ ਉਰਦੂ ਅਖਬਾਰਾਂ ਨੂੰ ਆਪਣੇ ਵਿਰੁੱਧ ਲਿਖਣ ਤੋਂ ਰੋਕਣ ਵਿੱਚ ਅਸਫਲ ਰਿਹਾ। 1928 ਵਿੱਚ ਰਿਆਸਤਾਂ ਦੇ ਅਕਾਲੀ ਹਿੰਦੂ ਰਾਸ਼ਟਰਵਾਦੀਆਂ ਨਾਲ ਮਿਲ ਗਏ ਤੇ ਉਹਨਾਂ ਨੇ ਪਰਜਾ ਮੰਡਲ ਦੀ ਨੀਂਹ ਰੱਖੀ, ਜੋ ਮਗਰੋਂ ਆਲ ਇੰਡੀਆ ਸਟੇਟਸ ਪੀਪਲਜ਼ ਕਾਂਗਰਸ ਨਾਲ ਸੰਬੰਧਿਤ ਹੋ ਗਿਆ, ਜੋ ਅੱਗੋਂ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਸੰਬੰਧਿਤ ਸੀ। ਸੇਵਾ ਸਿੰਘ ਠੀਕਰੀਵਾਲਾ ਮੰਡਲ ਦੀ ਰੂਹ ਸੀ। ਉਸ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਤੇ ਮਹਾਰਾਜੇ ਦੇ ਜੇਲਰਾਂ ਵੱਲੋਂ ਅਣਮਨੁੱਖੀ ਜ਼ਿਆਦਤੀਆਂ ਕਾਰਨ 1935 ਵਿੱਚ ਉਸ ਦੀ ਮ੍ਰਿਤੂ ਹੋ ਗਈ। ਠੀਕਰੀਵਾਲੇ ਦੇ ਕਤਲ ਕਾਰਨ ਪੰਜਾਬ ਦੀਆਂ ਸਭ ਰਿਆਸਤਾਂ ਵਿੱਚ ਮਹਾਰਾਜੇ ਤੇ ਬਰਤਾਨਵੀ ਸਰਕਾਰ ਵਿਰੁੱਧ ਮੁਹਿੰਮ ਜ਼ੋਰ ਫੜ ਗਈ। ਬਾਕੀ ਅਗਲੇ ਹਿੱਸੇ ਵਿੱਚ।